ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਅੱਜ ਦੇ ਜਿਹੜੇ ਅਪਡੇਟ ਅਮਰੀਕਾ ਟਰੱਕਿੰਗ ਸਪੈਸ਼ਲ ਜਿਹੜੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਅਤੇ ਸਰੋਤਿਓ ਆਪਾਂ ਪ੍ਰੋਗਰਾਮ ਦੇ ਵਿੱਚ ਟਰੱਕਿੰਗ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਜਿਹੜੀਆਂ ਉਹ ਕਰਾਂਗੇ। ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਪਰਸਨਲ ਕਨਵੀਨੀਅੰਸ ਨੂੰ ਲੈ ਕੇ ਗੱਲਬਾਤ ਆ। ਰਮਨ ਜੀ ਨੇ ਵੀ ਦੱਸਿਆ ਸੀ, ਕਹਿੰਦੇ ਵੀ ਬਹੁਤ ਸਾਰੇ ਸਾਡੇ ਜਿਹੜੇ ਟਰੱਕਰ ਵੀਰ ਆ ਉਸ ਨੂੰ ਲੈ ਕੇ ਬਹੁਤ ਜ਼ਿਆਦਾ ਅਜੇ ਵੀ ਜਿਹੜਾ ਭੁਲੇਖਾ ਹੈਗਾ ਆ, ਕੀ ਐਗਜ਼ੈਂਪਸ਼ਨ ਹੈਗੀ ਆ ਉਸ ਦੇ ਵਿੱਚ, ਕੌਣ ਚਲਾ ਸਕਦਾ ਕੌਣ ਨਹੀਂ ਚਲਾ ਸਕਦਾ। ਸੋ ਉਸ ਦੇ ਬਾਰੇ ਹੋਰ ਜਿਹੜੀ ਜ਼ਿਆਦਾ ਤੁਹਾਨੂੰ ਖੁੱਲ੍ਹ ਕੇ ਜਿਹੜੇ ਆ ਉਹ ਰਮਨ ਜੀ ਦੱਸਣਗੇ। ਅਤੇ ਆਪਾਂ ਇਸ ਤੋਂ ਪਹਿਲਾਂ ਜਿਹੜੀਆਂ ਟਰੱਕਿੰਗ ਨਿਊਜ਼ ਉਸ ਦੇ ਵੱਲ ਵਧੀਏ, ਉਸ ਤੋਂ ਪਹਿਲਾਂ ਜਿਹੜੀਆਂ ਤੁਹਾਨੂੰ ਅੱਜ ਦੀਆਂ ਜਿਹੜੀਆਂ ਅਹਿਮ ਖਬਰਾਂ ਚੱਲ ਰਹੀਆਂ ਆ ਉਸ ਦੇ ਬਾਰੇ ਜਿਹੜੀ ਆ ਜਾਣਕਾਰੀ ਉਹ ਦਿੰਦਾ ਮੈਂ ਤੁਹਾਨੂੰ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਜਿਹੜਾ G7 ਦਾ ਸੰਮੇਲਨ ਜਿਹੜਾ ਚੱਲ ਰਿਹਾ ਹੈ ਕੈਨੇਡਾ ਦੇ ਵਿੱਚ, ਉੱਥੇ ਜਿਹੜੇ ਰਾਸ਼ਟਰਪਤੀ ਟਰੰਪ ਪਹੁੰਚੇ ਆ, ਉੱਥੇ ਉਹਨਾਂ ਨੇ ਇੱਕ ਜਿਹੜੀ ਨਵੀਂ ਇਸ ਟਾਈਮ ਹੁਣ ਗੱਲ ਕੀਤੀ ਹੈ ਜਿਹੜੀ ਟਰੇਡ ਵਾਰ ਨੂੰ ਲੈ ਕੇ ਕਾਫੀ ਜ਼ਿਆਦਾ ਰੌਲਾ ਰੱਪਾ ਹੈ, ਖਾਸ ਕਰਕੇ ਕੈਨੇਡਾ ਮੈਕਸੀਕੋ ਦੇ ਨਾਲ। ਚਲੋ ਮੈਕਸੀਕੋ ਤਾਂ ਇਸ ਸੰਮੇਲਨ ਦੇ ਵਿੱਚ ਨਹੀਂ ਹੈਗਾ, ਪਰ ਯੂਰਪੀਅਨ ਸੰਘ ਦੇ ਅਤੇ ਕੈਨੇਡਾ ਜਿਹੜਾ ਉੱਥੇ ਮੌਜੂਦ ਆ, ਜਿਹੜੇ G7 ਦੇਸ਼ ਆ, ਉੱਥੇ ਜਾਣ ਤੋਂ ਪਹਿਲਾਂ ਉਹਨਾਂ ਨੇ ਕਾਫੀ ਇੱਕ ਹਿਸਾਬ ਦੇ ਨਾਲ ਜਿਹੜੀ ਗੱਲ ਹੋਈ ਸੀ ਵੀ ਥੋੜ੍ਹੇ ਤੱਤੇ ਜਿਹੇ ਵੀ ਜਿਹੜੇ ਨਜ਼ਰ ਆਏ ਸੀ, ਪਰ ਉੱਥੇ ਜਾ ਕੇ ਥੋੜ੍ਹਾ ਜਿਹਾ ਉਹਨਾਂ ਨੇ ਡਿਫਰੈਂਸ ਜਿਹੜਾ ਦਿਖਾਇਆ। ਕਹਿੰਦੇ ਵੀ ਮੈਂ ਵੀ ਨਹੀਂ ਚਾਹੁੰਦਾ ਵੀ ਜਿਹੜਾ ਟਰੇਡ ਵਾਰ ਆ ਕਿਤੇ ਨਾ ਕਿਸੇ ਤਰੀਕੇ ਦੇ ਨਾਲ ਹੋਵੇ, ਅਤੇ ਕਹਿੰਦੇ ਵੀ ਜੇ ਤੁਸੀਂ ਸਾਡੇ ਅਮਰੀਕਨ ਪ੍ਰੋਡਕਟਸ ਦੇ ਉੱਤੇ ਟੈਰਿਫ ਨਹੀਂ ਲਾਉਂਗੇ ਤਾਂ ਫਿਰ ਮੈਂ ਵੀ ਟੈਰਿਫ ਆ ਜਿਹੜੇ ਤੁਹਾਡੇ ਪ੍ਰੋਡਕਟਸ ਦੇ ਉੱਤੇ ਆ ਉਹ ਨਹੀਂ ਲਾਊਂਗਾ। ਸੋ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਓਪਨ ਮਾਰਕੀਟ ਕਰਨ ਦੀ ਜਿਹੜੀ ਆ ਉਹ ਗੱਲ ਆਖੀ ਆ। ਅਤੇ ਕਹਿੰਦੇ ਵੀ ਅਮਰੀਕਾ ਜਿਹੜਾ ਆ ਉਹ ਵਿਸ਼ਵ ਦਾ ਇੱਕ ਪਿਗੀ ਬੈਂਕ ਬਣਿਆ ਹੋਇਆ, ਬੁਗਣੀ ਬਣੀ ਹੋਈ ਆ, ਅਤੇ ਜਿਹਨੂੰ ਸਾਰਿਆਂ ਨੇ ਬਹੁਤ ਭੈੜੇ ਤਰੀਕੇ ਦੇ ਨਾਲ ਆਲਰੇਡੀ ਵਰਤਿਆ ਹੋਇਆ ਆ। ਅਤੇ ਮੈਂ ਨਹੀਂ ਚਾਹੁੰਦਾ ਵੀ ਹੁਣ ਉਹ ਜਿਹੜਾ ਸਿਲਸਿਲਾ ਲਗਾਤਾਰ ਉਹ ਜਾਰੀ ਰਹੇ। ਔਰ G7 ਸੰਮੇਲਨ 'ਤੇ ਪਹੁੰਚਣ ਤੋਂ ਪਹਿਲਾਂ ਕਹਿੰਦੇ ਵੀ ਉਹਨਾਂ ਨੇ ਫਰਾਂਸ, ਜਰਮਨੀ, ਬ੍ਰਿਟੇਨ, ਕੈਨੇਡਾ, ਜਪਾਨ, ਇਹਨਾਂ ਸਾਰੇ ਹੀ ਮੁਲਕਾਂ ਦੇ ਜਿਹੜੇ ਲੀਡਰਾਂ ਦੇ ਨਾਲ ਉੱਥੇ ਪਹੁੰਚਣ ਤੋਂ ਪਹਿਲਾਂ ਖੁਦ ਫੋਨ ਦੇ ਉੱਤੇ ਜਿਹੜੀ ਆ ਵਾਰਤਾਲਾਪ ਉਹ ਕਰਦੇ ਰਹੇ ਨੇ, ਅਤੇ ਇਸ ਪਾਸੇ ਵੱਲ ਨੂੰ ਜਿਹੜੀ ਆ ਉਹ ਗੱਲ ਲਿਆਉਣੀ ਚਾਹ ਰਹੇ ਨੇ। ਜਸਟਿਨ ਟਰੂਡੋ ਜੋ ਸਾਡੇ ਗਵਾਂਢੀ ਮੁਲਕ ਦੇ ਪ੍ਰਧਾਨ ਮੰਤਰੀ ਨੇ, ਉਹ ਖਾਸੇ ਨਿਰਾਸ਼ ਹੋਏ ਸੀਗੇ ਅਤੇ ਨਾਰਾਜ਼ ਵੀ ਹੋਏ ਸੀਗੇ ਜਦੋਂ ਰਾਸ਼ਟਰਪਤੀ ਟਰੰਪ ਨੇ ਕਿਹਾ ਸੀਗਾ ਵੀ ਜਿਹੜਾ ਅਲਮੀਨੀਅਮ ਦੇ ਉੱਤੇ 25% ਅਤੇ ਸਟੀਲ ਦੇ ਉੱਤੇ 25% ਅਤੇ ਅਲਮੀਨੀਅਮ ਦੇ ਉੱਤੇ 10% ਜਿਹੜਾ ਟੈਰਿਫ ਆ ਉਹ ਉਹਨਾਂ ਨੇ ਲਾਉਣਾ ਆ ਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਹਵਾਲਾ ਦੇ ਕੇ। ਅਤੇ ਹੁਣ ਦੇਖਦੇ ਹਾਂ ਜਿਹੜਾ ਆ ਉਹ ਕੀ ਹੋਊਗਾ। ਰਾਸ਼ਟਰਪਤੀ ਟਰੰਪ ਨੇ ਨਾਲ ਇਹ ਵੀ ਆਖਿਆ ਵੀ ਹਾਂ ਵੀ ਉਹ ਖੁਸ਼ ਨਹੀਂ ਹੈਗਾ ਉੱਥੇ ਜਦੋਂ ਪੱਤਰਕਾਰਾਂ ਨਾਲ ਉਹ ਗੱਲ ਕਰ ਰਹੇ ਸੀਗੇ। ਪਰ ਇੱਕ ਜਿਹੜੀ ਨਵੀਂ ਇਹਨਾਂ ਨੇ ਹੁਣ ਪਹਿਲ ਕਦਮੀ ਜਿਹੜੀ ਕੀਤੀ ਆ, ਫਰੈਂਡਲੀ ਨੈਗੋਸੀਏਸ਼ਨ ਕੀਤੀ ਆ, ਇਸ ਦੇ ਨਾਲ ਜਿਹੜੀ ਅਮਰੀਕਨ ਕਹਿ ਲਓ ਗੁੱਡਸ ਦੇ ਉੱਤੇ ਜਿਹੜਾ ਅਸਰ ਪੈ ਸਕਦਾ ਹੈ ਵੀ ਜੇ ਵਾਕਿਆ ਹੀ ਇਹ ਜਿਹੜਾ ਯੂਰਪੀਅਨ ਸੰਘ ਅਤੇ ਹੋਰ ਮੁਲਕ ਅਮਰੀਕਨ ਪ੍ਰੋਡਕਟਸ ਦੇ ਉੱਤੇ ਵੀ ਟੈਰਿਫ ਨਹੀਂ ਲਾਉਣਗੇ ਤਾਂ ਫਿਰ ਨਾਲ ਦੇ ਨਾਲ ਫਿਰ ਅਮਰੀਕਾ ਵਾਲੇ ਵੀ ਉਸ ਦੇ ਰੈਸੀਪ੍ਰੋਸਿਟੀ ਦੇ ਵਿੱਚ ਉਹ ਵੀ ਟੈਰਿਫ ਨਹੀਂ ਲਾਉਣਗੇ, ਤਾਂ ਵਪਾਰ ਜਿਹੜਾ ਆ ਇਸ ਦੇ ਵਿੱਚ ਹੋਰ ਜ਼ਿਆਦਾ ਵੱਧ ਸਕਦਾ ਹੈ। ਅਤੇ ਅਮਰੀਕੀ ਜਿਹੜੇ ਕਹਿ ਲਓ ਵੀ ਇੱਥੇ ਜਿੱਦਾਂ ਫਾਰਮਰਸ ਆ ਜਾਂ ਹੋਰ ਮੈਨੂਫੈਕਚਰਿੰਗ ਜਿਹੜੀ ਇੱਥੇ ਹੁੰਦੀ ਆ, ਉਹਨਾਂ ਦੇ ਵਿੱਚ ਜਿਹੜਾ ਵਾਧਾ ਹੋ ਸਕਦਾ ਆ ਜੇ ਬਸ਼ਰਤੇ ਬਾਕੀ ਮੁਲਕ ਵੀ ਇਸ ਚੀਜ਼ ਨੂੰ ਜੇ ਉਹ ਮੰਨ ਜਾਂਦੇ ਆ। ਮੈਂ ਕਹੂੰਗਾ ਵੀ ਇੱਕ ਚੰਗਾ ਕਦਮ ਹੈਗਾ ਆ ਜੇ ਇਹ ਹੋ ਜਾਵੇ ਤਾਂ। ਅਤੇ ਜੀ ਰਮਨ ਜੀ ਤੁਸੀਂ ਕੀ ਕਹਿੰਦੇ ਹੋ ਇਸ ਦੇ ਉੱਤੇ? ਰਮਨ ਜੀ। ਬਿਲਕੁਲ ਜੀ ਬਿਲਕੁਲ। ਸੌਰੀ ਜੀ ਮੈਂ ਥੋੜ੍ਹਾ ਜਿਹਾ ਪਾਸੇ ਹੋ ਗਿਆ ਸੀ ਫੋਨ ਤੋਂ ਜੀ। ਤੇ ਡੈਫੀਨੇਟਲੀ ਇਹ ਜਿਹੜੀ ਹੁਣ ਗੱਲਬਾਤ ਉੱਥੇ ਹੋਈ ਕੈਨੇਡਾ ਜਾ ਕੇ, ਮੇਰੇ ਖਿਆਲ ਦੇ ਵਿੱਚ ਇਹ ਜਿਹੜਾ ਇੱਕ ਕਹਿ ਲਓ ਜੀ ਇਹ ਵਾਰ ਚੱਲ ਰਿਹਾ ਇੱਕ ਦੂਜੇ ਦੇ ਉੱਤੇ, ਸਾਰਾ ਟਰੇਡ ਵਾਰ ਦਾ, ਕਿ ਇਹ ਐਕਚੁਅਲ ਦੇ ਵਿੱਚ ਇਹਦਾ ਇਹ ਨਹੀਂ ਪਤਾ ਵੀ ਇਹਨੇ ਐਕਚੁਅਲ ਦੇ ਵਿੱਚ ਕਰਨਾ ਕੀ ਹੈ, ਕਿੱਧਰ ਨੂੰ ਇਹਨੇ ਮੁੜਨਾ ਹੈ, ਕਿੱਧਰ ਨੂੰ ਕੀ ਕਰਨਾ ਹੈ। ਸੋ ਮੇਰੇ ਖਿਆਲ ਜਿੱਦਾਂ ਆਪਾਂ ਲਾਸਟ ਵੀਕ ਵੀ ਗੱਲ ਕੀਤੀ ਸੀਗੀ ਕਿ ਇਹ ਕੀਤਾ ਕੁਛ ਜਾਂਦਾ ਹੈ ਅਤੇ ਹੁੰਦਾ ਕੁਛ ਆ, ਜਾਂ ਦਿਖਦਾ ਕੁਛ ਆ ਅਤੇ ਹੁੰਦਾ ਪਿੱਛੇ ਹੋਰ ਕੁਛ ਆ। ਸੋ ਵੇਟ ਐਂਡ ਵਾਚ ਵਾਲੀ ਗੱਲ ਮੇਰੇ ਵਿੱਚ ਮੈਂ ਤਾਂ ਕਹੂੰਗਾ ਕਿ ਇਹ ਹੈਗੀ ਇਸ ਵੇਲੇ। ਜੀ ਬਿਲਕੁਲ, ਸਭ ਨੂੰ ਇੰਤਜ਼ਾਰ ਜਿਹੜਾ ਕਰਨਾ ਪਊਗਾ ਵੀ ਕੀ ਜਿਹੜਾ ਉੱਥੇ ਚੱਲ ਰਿਹਾ ਆ। ਬਿਲਕੁਲ। ਅਤੇ ਨਾਲ ਹੀ ਇੱਕ ਹੋਰ ਮੈਂ ਜੇ ਆਪਣੀ ਖਬਰ ਜਿਹੜੀ ਉਹ ਰਾਸ਼ਟਰਪਤੀ ਟਰੰਪ ਦੇ ਨਾਲ ਹੀ ਜੁੜੀ ਹੋਈ ਹੈ ਜਿਹੜੀ ਦੱਸ ਰਿਹਾ, ਕਿਉਂਕਿ 12 ਜੂਨ ਬਹੁਤ ਨਜ਼ਦੀਕ ਆ ਰਹੀ ਹੈ। ਕੁਛ ਹੀ ਦਿਨਾਂ ਦੇ ਵਿੱਚ ਜਿਹੜੀ ਸਮਿਟ ਹੋਣੀ ਆ ਨਾਰਥ ਕੋਰੀਆ ਦੇ ਨਾਲ। ਸੋ ਸਿੰਗਾਪੁਰ ਦੇ ਵਿੱਚ ਜਿਹੜੀ ਆਉਂਦੇ ਮੰਗਲਵਾਰ ਨੂੰ ਉੱਥੇ ਸਮਿਟ ਹੋਣ ਜਾ ਰਹੀ ਆ, ਤਾਂ ਰਾਸ਼ਟਰਪਤੀ ਟਰੰਪ ਨੇ
ਪੱਤਰਕਾਰਾਂ ਦੇ ਨਾਲ G7 ਸਮਿਟ 'ਤੇ ਜਾਣ ਤੋਂ ਪਹਿਲਾਂ ਜਿਹੜਾ ਆ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ, ਕਹਿੰਦੇ ਕਿਮ ਯੋਂਗ ਉਨ ਦੇ ਕੋਲ ਇਹ ਵਨ ਟਾਈਮ ਸ਼ਾਟ ਆ, ਇਹ ਇੱਕੋ ਇੱਕ ਮੌਕਾ ਹੈਗਾ ਆ ਜਿਹੜੀ ਮੈਂ ਉਹਦੇ ਨਾਲ ਜਿਹੜੀ ਇਸ ਤਰੀਕੇ ਦੇ ਨਾਲ ਗੱਲਬਾਤ ਕਰਨ ਜਾ ਰਿਹਾ ਆ, ਅਮਰੀਕਾ ਜਿਹੜੀ ਉਹਨਾਂ ਦੇ ਨਾਲ ਗੱਲਬਾਤ ਕਰਨ ਜਾ ਰਿਹਾ ਆ। ਸੋ ਇੱਕ ਵਾਰੀ ਫਿਰ ਕਾਫੀ ਜ਼ਿਆਦਾ ਉਹਨਾਂ ਨੇ ਭਾਰ ਅਤੇ ਪ੍ਰੈਸ਼ਰ ਜਿਹੜਾ ਆ ਕਿਮ ਯੋਂਗ ਉਨ ਦੇ ਉੱਤੇ ਪਾ ਦਿੱਤਾ ਆ। ਅਮਰੀਕਾ ਚਾਹੁੰਦਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਨਾਰਥ ਕੋਰੀਆ ਆ ਉਹ ਡੀਨਿਊਕਲੀਅਰਾਈਜ਼ ਜਿਹੜਾ ਆਪਣੇ ਆਪ ਨੂੰ ਕਰ ਰਵੇ, ਆਪਣੇ ਜਿਹੜੇ ਪਰਮਾਣੂ ਹਥਿਆਰ ਹੈਗੇ ਨੇ, ਮਿਜ਼ਾਈਲਾਂ ਹੈਗੀਆਂ ਆ, ਉਹਨਾਂ ਨੂੰ ਜਾਂ ਨਸ਼ਟ ਕਰ ਦੇਵੇ ਅਤੇ ਜਾਂ ਇਹਨਾਂ ਦੇ ਹਵਾਲੇ ਇੱਕ ਹਿਸਾਬ ਦੇ ਨਾਲ ਜਿਹੜਾ ਆ ਉਹ ਕਰ ਦੇਵੇ। ਸੋ ਇਹ ਜਿਹੜੀ ਆ ਗੱਲ ਉਹਨਾਂ ਨੇ ਆਖ ਦਿੱਤੀ ਆ ਅਤੇ ਕਹਿੰਦੇ ਆ ਵੀ ਜੇ ਇਹ ਵਨ ਟਾਈਮ ਸ਼ਾਟ ਹੈਗਾ, ਜੇ ਇਸ ਤੋਂ ਬਾਅਦ ਦੇ ਵਿੱਚ ਵੀ ਉਹ ਨਾ ਹਟੇ ਤਾਂ ਅਤੇ ਬਾਅਦ ਦੇ ਵਿੱਚ ਜੇ ਉਹਨਾਂ ਨੇ ਰਿਟੈਲੀਏਟ ਕੀਤਾ ਜਾਂ ਅਮਰੀਕਾ ਦੇ ਉੱਤੇ ਜਾਂ ਸਾਊਥ ਕੋਰੀਆ ਜਾਂ ਉਸ ਦੇ ਐਲਾਈਜ਼ ਦੇ ਉੱਤੇ ਹਮਲਾ ਕਰਨ ਦੀ ਗੱਲ ਆਖੀ, ਤਾਂ ਉਹਨਾਂ ਦੀ ਬਹੁਤ ਵੱਡੀ ਜਿਹੜੀ ਆ ਉਹ ਮਿਸਟੇਕ ਹੋਊਗੀ, ਬਹੁਤ ਵੱਡੀ ਜਿਹੜੀ ਆ ਉਹ ਗਲਤੀ ਹੋਊਗੀ। ਕਹਿੰਦੇ ਵੀ ਫਿਰ ਇਹਦੇ ਵਿੱਚ ਇਹ ਵੀ ਗੱਲ ਜਿਹੜੀ ਦੇਖੀ ਜਾ ਸਕਦੀ ਆ ਵੀ ਫਿਰ ਇਕੱਲਾ ਸੈਂਕਸ਼ਨਸ ਦੇ ਨਾਲ ਹੀ ਜਿਹੜਾ ਗੁਜ਼ਾਰਾ ਨਹੀਂ ਕਰਨਗੇ ਅਮਰੀਕਾ ਵਾਲੇ, ਕਿਉਂਕਿ ਇੱਕ ਹਿਸਾਬ ਦੇ ਨਾਲ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੀ ਇੱਕ ਹਿਸਾਬ ਨਾਲ ਇੱਜ਼ਤ ਵੀ ਜਿਹੜੀ ਕਹਿ ਸਕਦੇ ਆ ਨੱਕ ਇੱਕ ਹਿਸਾਬ ਦੇ ਨਾਲ ਜਿਹੜਾ ਦਾਅ 'ਤੇ ਲੱਗਾ ਹੋਇਆ ਆ। ਰੀਜ਼ਨ ਉਸ ਦੇ ਵਿੱਚ ਇਹੀ ਆ ਵੀ ਬੜੇ ਚਿਰ ਦੇ ਉਹ ਲੱਗੇ ਹੋਏ ਆ, ਉਹ ਉਹਨਾਂ ਨੇ ਚਿੱਠੀ ਲਿਖ ਕੇ ਪਹਿਲਾਂ ਕੈਂਸਲ ਕਰਤੀ, ਫਿਰ ਉੱਧਰੋਂ ਵੀ ਚਿੱਠੀ ਆ ਗਈ, ਫਿਰ ਉਹ ਹੁਣ ਦੁਬਾਰਾ ਜਿਹੜੀ ਸਮਿਟ ਹੋਣ ਜਾ ਰਹੀ ਆ। ਸੋ ਹੋਪਫੁਲੀ ਕੁਛ ਨਾ ਕੁਛ ਪੋਜ਼ੀਟਿਵ ਜਿਹੜਾ ਉਹ ਆਵੇ। ਨਾਰਥ ਕੋਰੀਆ ਦੇ ਕਾਫੀ ਸੁਰ ਜਿਹੜੇ ਆ ਉਹ ਬਦਲੇ ਹੋਏ ਆ ਪਿਛਲੇ ਦਿਨਾਂ 'ਚ। ਕਿਮ ਯੋਂਗ ਉਨ ਉਹ ਕਹਿ ਰਿਹਾ ਸੀਗਾ ਵੀ ਕਹਿੰਦਾ ਵੀ ਜੇ ਮੈਂ ਸਿੰਗਾਪੁਰ ਨੂੰ ਚਲਾ ਗਿਆ ਤਾਂ ਮੈਨੂੰ ਲੱਗਦਾ ਵੀ ਮੈਨੂੰ ਉੱਥੇ ਅਸੈਸੀਨੇਟ ਜਿਹੜਾ ਉਹ ਕਰਾ ਦਿੱਤਾ ਜਾਊਗਾ, ਮੈਨੂੰ ਮਰਵਾ ਦਿੱਤਾ ਜਾਊਗਾ। ਉਸ ਤੋਂ ਪਹਿਲਾਂ ਇਹ ਕਹਿੰਦਾ ਸੀਗਾ ਵੀ ਮੈਨੂੰ ਲੱਗਦਾ ਵੀ ਪਿੱਛੋਂ ਮੇਰਾ ਜਿਹੜਾ ਤਖਤਾ ਬਦਲ ਦੇਣਾ ਆ। ਉਸੇ ਦੇ ਚੱਲਦਿਆਂ ਉੱਥੇ ਆਪਣੇ ਉਹਨੇ ਮਿਲਟਰੀ ਲੀਡਰ ਜਿਹੜੇ ਆ ਕਈ ਜਿਹੜੇ ਉੱਥੇ ਬਦਲ ਵੀ ਦਿੱਤੇ, ਆਪਣੇ ਹੋਰ ਜਿਹੜੇ ਕਰੀਬੀ ਬੰਦੇ ਆ ਉਹ ਉੱਥੇ ਲਾ ਕੇ ਆਇਆ ਆ। ਸੋ ਦੇਖਦੇ ਹਾਂ ਆਉਣ ਵਾਲਾ ਜਿਹੜਾ ਆ ਕੀ ਹੁੰਦਾ ਹੈ। ਇਹ ਜਿਹੜੀ G7 ਦੀ ਸਮਿਟ ਆ ਜਿਹੜੀ ਇਸ ਟਾਈਮ ਅਜੇ ਚੱਲ ਵੀ ਰਹੀ ਆ, ਉਸ ਦੇ ਵਿੱਚੋਂ ਹੋਰ ਕੀ ਨਿਕਲੂਗਾ। ਅਤੇ ਇਹ ਜਿਹੜੀ ਸਿੰਗਾਪੁਰ ਦੇ ਵਿੱਚ ਨਾਰਥ ਕੋਰੀਆ ਦੇ ਨਾਲ ਕਿਮ ਯੋਂਗ ਉਨ ਦੇ ਨਾਲ ਜਿਹੜੀ ਮੁਲਾਕਾਤ ਹੋਣੀ ਆ ਉਹ ਵੀ ਬੜੀ ਇੱਕ ਅਹਿਮ ਆ, ਉਹ ਵਿਸ਼ਵ ਦੇ ਲਈ ਬੜੀ ਅਹਿਮ ਜਿਹੜੀ ਆ ਸਮਿਟ ਆ ਉਹ ਦੇਖੀ ਜਾ ਰਹੀ ਆ। ਸੋ ਹੋਪਫੁਲੀ ਕੁਛ ਨਾ ਕੁਛ ਜਿਹੜਾ ਆ ਉਹ ਪੋਜ਼ੀਟਿਵ ਹੀ ਜਿਹੜਾ ਉਹ ਨਿਕਲ ਕੇ ਆਵੇ। ਜੀ, ਪੋਜ਼ੀਟਿਵ ਹੀ ਨਿਕਲ ਕੇ ਆਵੇ ਤਾਂ ਇਹੋ ਹੀ ਆਸ ਕਰਦੇ ਆ ਕਿ ਚਾਹੇ ਇੱਥੇ ਆ ਚਾਹੇ ਸਿੰਗਾਪੁਰ 'ਚ ਕਿਤੇ ਵੀ ਕੋਈ ਗੱਲ ਹੋ ਰਹੀ ਆ, ਇਹਦੇ ਤੋਂ ਕੁਛ ਨਾ ਕੁਛ ਪੋਜ਼ੀਟਿਵ ਨਿਕਲ ਕੇ ਆਵੇ, ਕਿਉਂਕਿ ਵਰਲਡ ਜਿਹੜਾ ਇਸ ਵੇਲੇ ਬੜਾ ਲੜਾਈ ਤੇ ਹਰ ਪਾਸੇ ਨੂੰ ਤੁਰ ਰਿਹਾ। ਪਰ ਜਿਹੜੀ ਕੋਸ਼ਿਸ਼ ਹੈਗੀ ਆ ਵੀ ਜਿਹੜੇ ਹੁਣ ਥੋੜੇ ਜਿਹੇ ਚੇਂਜਸ ਆਈਆਂ, ਕੋਸ਼ਿਸ਼ ਆ ਵੀ ਵਧੀਆ ਪਾਸੇ ਜਾਊਗਾ ਸਾਰਾ ਕੁਛ। ਜੀ ਹੋਪਫੁਲੀ ਜਿਹੜਾ ਆ ਇਸੇ ਤਰੀਕੇ ਦੇ ਨਾਲ ਹੀ ਰਹੇ। ਜੀ, ਅਤੇ ਰਮਨ ਜੀ ਹੁਣ ਆਪਾਂ ਜਿਹੜੀ ਟਰੱਕਿੰਗ ਇੰਡਸਟਰੀ ਦੀਆਂ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਜੇ ਨਜ਼ਰ ਮਾਰਨੀ ਸ਼ੁਰੂ ਕਰੀਏ ਤਾਂ ਪਰਸਨਲ ਕਨਵੇਅੰਸ ਨੂੰ ਲੈ ਕੇ ਜਿੱਦਾਂ ਤੁਸੀਂ ਵੀ ਆਪਾਂ ਵੀ ਗੱਲ ਕਰ ਰਹੇ ਸੀਗੇ ਵੀ ਕਾਫੀ ਜ਼ਿਆਦਾ ਜਿਹੜੀਆਂ ਅਜੇ ਵੀ ਪ੍ਰੋਬਲਮਸ ਜਿਹੜੀਆਂ ਹੈਗੀਆਂ, ਕਨਫਿਊਜ਼ਨ ਕਹਿ ਸਕਦੇ ਹਾਂ, ਪ੍ਰੋਬਲਮਸ ਨੇ ਵੀ ਕਾਫੀ ਜਾਨੀਆਂ ਕਨਫਿਊਜ਼ਨਸ ਜਿਹੜੀਆਂ ਹੈਗੀਆਂ ਆ। ਸੋ ਅਜੇ ਪਰਸਨਲ ਕਨਵੇਅੰਸ ਦੇ ਬਾਰੇ ਤੁਸੀਂ ਫਿਰ ਜਿਹੜੀ ਖੁੱਲ੍ਹ ਕੇ ਜਿਹੜੀ ਜਾਣਕਾਰੀ ਦੱਸੋ ਕਿ ਪਰਸਨਲ ਕਨਵੇਅੰਸ ਜਿਹੜੀ ਮੈਂਡੇਟ ਤੋਂ ਬਾਅਦ ਦੇ ਵਿੱਚ ਜਿਹੜੀ ELD ਮੈਂਡੇਟ ਤੋਂ ਬਾਅਦ ਦੇ ਵਿੱਚ ਹੁਣ ਇਹ ਚੀਜ਼ ਆਈ ਆ, ਪ੍ਰੋਵੀਜ਼ਨ ਜਿਹੜਾ ਆਇਆ ਆ, ਕੀ ਇਹ ਰਿਕੁਆਇਰਮੈਂਟ ਆ, ਕਿ ਹਰ ਇੱਕ ਨੂੰ ਕਰਨੀ ਪੈਣੀ ਆ ਕਿ ਨਹੀਂ ਕਰਨੀ ਪੈਣੀ, ਕਿਹਨੂੰ ਅਲਾਓ ਹੈਗੀ ਆ? ਇਸ ਦੇ ਬਾਰੇ ਜੇ ਤੁਸੀਂ ਅੱਜ ਸਾਨੂੰ ਜ਼ਿਆਦਾ ਖੁੱਲ੍ਹ ਕੇ ਹੋਰ ਜਾਣਕਾਰੀ ਵਿਸਥਾਰ ਦੇ ਵਿੱਚ ਦਿਓ ਤਾਂ। ਦੇਖੋ ਜੀ, ਜਿਹੜੀ ਇਹ ਰਿਕੁਆਇਰਮੈਂਟ ਹੈਗੀ ਆ, ਜਿਹੜੀ ਨਹੀਂ ਰਿਕੁਆਇਰਮੈਂਟ ਨਹੀਂ ਹੈਗੀ, ਇਹ ਆਪਣੀ ਜਿਹੜੀ ਪਰਸਨਲ ਕਨਵੇਅੰਸ ਆ ਕੋਈ ਰਿਕੁਆਇਰਮੈਂਟ ਨਹੀਂ ਹੈਗੀ। ਜਿਹੜੀ ਤੁਹਾਡੀ ਟਰੱਕਿੰਗ ਕੰਪਨੀ ਹੈਗੀ ਆ ਇਹ ਉਹਦੀ ਯੈਸ ਔਰ ਨੋ ਤੇ ਟਿਕੀ ਹੋਈ ਆ, ਕਿ ਕੋਈ ਜ਼ਰੂਰੀ ਨਹੀਂ ਹੈਗੀ ਜੇ ਕੋਈ ਵੀ ਇਹ ਜਿਹੜਾ ਐਸਾ ਪਰਸਨਲ ਕਨਵੇਅੰਸ ਨੂੰ ਵਰਤਣ ਦਾ ਕੰਮ ਹੈਗਾ ਇਹ ਐਜ਼ ਨੀਡਡ ਹੈਗਾ, ਤੇ ਇਹ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਕਿ ਇਹਨੂੰ ਯੂਜ਼ ਕਰਨਾ ਹੀ ਕਰਨਾ ਆ। ਸੋ ਜੇ ਤੁਹਾਡੀ ਕੰਪਨੀ ਜਿਹੜੀ ਆ ਅਲਾਓ ਕਰਦੀ ਆ ਤੁਹਾਨੂੰ ਕਿ ਤੁਸੀਂ ਆ ਜਿਹੜਾ ਟਰੱਕ ਹੈਗਾ ਉਹਨੂੰ ਆਪਣਾ ਐਜ਼ ਆ ਪਰਸਨਲ ਕਨਵੇਅੰਸ ਯੂਜ਼ ਕਰ ਸਕਦੇ ਆ, ਤੇ ਫਿਰ ਹੀ ਇਹਦਾ ਜਿਹੜਾ ਆ ਜਿਹੜਾ ਤੁਸੀਂ ਯੂਜ਼ ਜਿਹੜਾ ਇਹ ਕਰ ਸਕਦੇ ਆ, ਪਰ ਇਹ ਕੋਈ ਐਸੀ ਰਿਕੁਆਇਰਮੈਂਟ ਨਹੀਂ ਹੈਗੀ। ਜੀ ਸੋ ਕੈਰੀਅਰ ਦੇ ਉੱਤੇ ਬੇਸਿਕਲੀ ਡਿਪੈਂਡ ਆ ਵੀ ਉਹ ਤੁਹਾਨੂੰ ਅਲਾਓ ਕਰਦਾ ਨਹੀਂ ਕਰਦਾ, ਰਾਈਟ? ਬਿਲਕੁਲ ਜੀ, ਬਿਲਕੁਲ ਕੈਰੀਅਰ ਤੇ ਡਿਪੈਂਡ ਕਿ ਜਿਹੜਾ ਕੈਰੀਅਰ ਹੈਗਾ ਉਹ ਤੁਹਾਨੂੰ ਜੇ ਅਲਾਓ ਕਰਦਾ ਆ ਇਹਨੂੰ ਯੂਜ਼ ਕਰਨ ਵਾਸਤੇ ਟਰੱਕ ਨੂੰ ਐਜ਼ ਅ ਪਰਸਨਲ ਕਨਵੇਅੰਸ, ਤੇ ਉਹਦੇ ਤੇ ਕੋਈ ਲਿਮਿਟ ਨਹੀਂ ਹੈਗੀ ਮਾਈਲਜ਼ ਦੀ। ਇਹ ਇੱਕ ਬੜਾ ਇੰਪੋਰਟੈਂਟ ਡਿਸੀਜਨ ਆਇਆ ਹੈਗਾ ਕਿ ਜਿਹੜੀ ਮਾਈਲੇਜ ਦੀ ਲਿਮਿਟ ਨਹੀਂ ਰੱਖੀ ਗਈ, ਕਿ ਫੈਡਰਲ ਗਵਰਨਮੈਂਟ ਵੱਲੋਂ ਕੋਈ ਵੀ ਰਿਸਟ੍ਰਿਕਸ਼ਨ ਨਹੀਂ ਹੈਗੀ ਕਿ ਤੁਸੀਂ 10 ਮੀਲ 20 ਮੀਲ 30 ਮੀਲ 50 ਮੀਲ ਕਰਨਾ ਆ, ਕਿੰਨਾ ਤੁਸੀਂ ਕਰਨਾ ਆ, ਉਹਦੀ ਰਿਸਟ੍ਰਿਕਸ਼ਨ ਨਹੀਂ ਹੈਗੀ।
ਪਰ ਉਹਦੇ ਵਿੱਚ ਬੜੀਆਂ ਜੈਨੂਇਨ ਜਿਹੀਆਂ ਚੀਜ਼ਾਂ ਉਹਨਾਂ ਨੇ ਰੱਖੀਆਂ ਜਿਹੜੀਆਂ ਕਿ ਅੱਗੇ ਚੱਲ ਕੇ ਆਪਾਂ ਡਿਸਕਸ ਕਰਾਂਗੇ, ਪਰ ਰਿਸਟ੍ਰਿਕਸ਼ਨ ਕੋਈ ਨਹੀਂ ਹੈਗੀ ਮਾਈਲੇਜ ਦੀ। ਮਾਈਲੇਜ ਦੀ ਰਿਸਟ੍ਰਿਕਸ਼ਨ ਨਹੀਂ ਆ। ਸੋ ਪਰਸਨਲ ਕਨਵੀਨੀਅੰਸ ਵਿੱਚ ਪਾਲਿਸੀ ਹੈ ਕੀ ਹੈ, ਕਲੈਰਿਟੀ ਕਿੱਦਾਂ ਹੋਊਗੀ ਵੀ ਕਿਹੜਾ ਜਿਹੜੇ ਲੋਕ ਆ, ਜਿਹੜੇ ਡਰਾਈਵਰ ਆ, ਉਹ ਟਰੱਕ ਨੂੰ ਜਾਂ ਬੌਬਟੇਲ ਨੂੰ ਜਾਂ ਟ੍ਰੇਲਰ ਸਮੇਤ ਕੀ ਪਾਲਿਸੀ ਹੈਗੀ ਹੈ, ਕਲੈਰਿਟੀ ਕਿੱਦਾਂ ਜਿਹੜੀ ਇਹਨਾਂ ਨੂੰ ਆਊਗੀ ਇਸ ਚੀਜ਼ ਦੇ ਉੱਤੇ? ਪਹਿਲੀ ਗੱਲ ਤੇ ਇਹ ਆ ਰਾਜ, ਕਿ ਜਿਹੜੀ ਕੰਪਨੀ, ਹਰ ਇੱਕ ਕੰਪਨੀ ਨੂੰ ਪਰਸਨਲ ਕਨਵੀਨੀਅੰਸ ਜਿਹੜੀ ਯੂਸੇਜ ਆ ਡਰਾਈਵਰ ਨੂੰ ਜਿਹੜੀ ਛੋਟ ਦਿੱਤੀ ਹੈ ਜਾਂ ਅਲਾਓ ਕੀਤਾ, ਉਹ ਕੰਪਨੀ ਪਾਲਿਸੀ ਦੇ ਵਿੱਚ ਪ੍ਰੋਪਰਲੀ ਦੇਖੀ ਹੋਣੀ ਚਾਹੀਦੀ ਹੈ ਕਿ ਅਸੀਂ ਕਿੱਥੋਂ ਤੱਕ ਅਲਾਓ ਕਰਦੇ ਹਾਂ, ਅਸੀਂ ਕੀ ਅਲਾਓ ਕਰਦੇ ਹਾਂ। ਸੋ ਉਹ ਇੱਕ ਤਾਂ ਪਹਿਲਾ ਜਿਹੜਾ ਕੰਪਨੀ ਨੂੰ ਕੰਮ ਕਰਨ ਵਾਲਾ ਆ, ਜੇ ਕੰਪਨੀ ਦੀ ਆਪਣੀ ਪਾਲਿਸੀ ਨਹੀਂ ਹੈਗੀ ਤਾਂ ਕੰਪਨੀ ਨੂੰ ਆਪਣੀ ਪਾਲਿਸੀ ਬਣਾਉਣੀ ਚਾਹੀਦੀ ਹੈ। ਕੰਪਨੀ ਪਾਲਿਸੀ ਦੇ ਉਹਦੇ ਵਿੱਚ ਲਿਖਣਾ ਚਾਹੀਦਾ ਕਿ ਪਰਸਨਲ ਕਨਵੀਨੀਅੰਸ ਨੂੰ ਤੁਸੀਂ ਕਿਸ ਤਰ੍ਹਾਂ ਯੂਜ਼ ਕਰ ਸਕਦੇ ਆ। ਦੂਸਰੀ ਚੀਜ਼ ਜਿਹੜੀ ਆ ਇਹਦੇ ਵਿੱਚ ਇਹ ਆ ਕਿ ਕਲੈਰਿਟੀ ਇਹ ਦਿੱਤੀ ਆ ਕਿ ਡਰਾਈਵਰ ਜਿਹੜਾ ਆ ਆਫ ਡਿਊਟੀ ਹੋਣਾ ਜ਼ਰੂਰੀ ਆ, ਮਸਟ ਆ। ਡਰਾਈਵਰ ਔਨ ਡਿਊਟੀ ਦੇ ਵਿੱਚ ਪਰਸਨਲ ਕਨਵੀਨੀਅੰਸ ਨਹੀਂ ਯੂਜ਼ ਕਰ ਸਕਦਾ। ਡਰਾਈਵਰ ਹੈਜ਼ ਟੂ ਬੀ ਆਫ ਡਿਊਟੀ, ਰਿਲੀਵਡ ਫਰੋਮ ਆਲ ਦਾ ਵਰਕ। ਆਪਣਾ ਜੋ ਵੀ ਉਹਦਾ ਕੰਮ ਧੰਦਾ ਆ, ਚਾਹੇ ਉਹ ਡਿਲੀਵਰੀ ਕਰ ਰਿਹਾ, ਪਿਕਅਪ ਕਰ ਰਿਹਾ, ਕੁਛ ਵੀ ਕਰ ਰਿਹਾ, ਉਹ ਆਪਣੇ ਰੈਗੂਲਰ ਕੰਮ ਤੋਂ ਆਫ ਡਿਊਟੀ ਹੋਣਾ ਚਾਹੀਦਾ ਆ। ਸੋ ਇਹ ਜਿਹੜੀ ਚੀਜ਼ ਆ, ਇਹ ਕਲੈਰਿਟੀ ਬਹੁਤ ਜ਼ਿਆਦਾ ਕੀਤੀ ਆ ਹੁਣ ਉਹਨਾਂ ਨੇ ਕਿ ਪਰਸਨਲ ਜਿਹੜੀ ਕਨਵੀਨੀਅੰਸ ਆ ਉਹਨੂੰ ਯੂਜ਼ ਕਰਨ ਲਈ ਕੈਰੀਅਰ ਦੀ ਪਾਲਿਸੀ ਦੇ ਵਿੱਚ ਕਲੀਅਰਲੀ ਲਿਖਿਆ ਹੋਣਾ ਚਾਹੀਦਾ ਕਿ ਕੀ ਕਰ ਸਕਦੇ ਆ ਜੀ। ਤੇ ਡਰਾਈਵਰ ਜਿਹੜਾ ਆ ਉਹ ਮਸਟ ਵੀ ਆਫ ਡਿਊਟੀ ਹੋਵੇ, ਉਹ ਔਨ ਡਿਊਟੀ ਨਹੀਂ ਹੋ ਸਕਦਾ। ਪਹਿਲੀ ਤਾਂ ਇਹ ਚੀਜ਼ ਜਿਹੜੀ ਆ। ਆਫ ਡਿਊਟੀ ਤੋਂ ਬਾਅਦ ਜਿਹੜਾ ਤੁਸੀਂ ਕਹਿੰਦੇ ਆ ਵੀ ਜਿਹੜਾ ਪਰਸਨਲ ਕਨਵੀਨੀਅੰਸ ਆ, ਆਪਾਂ ਇੱਕ ਜਨਰਲੀ ਇੱਕ ਚੀਜ਼ ਲੈ ਕੇ ਚੱਲੀਏ ਕਿ ਪਰਸਨਲ ਕਨਵੀਨੀਅੰਸ ਦਾ ਮਤਲਬ ਆ ਰੀਅਲੀ ਪਰਸਨਲ, ਠੀਕ ਆ ਜੀ। ਉਹਦੇ ਨਾਲ ਕੋਈ ਵੀ ਜਿਹੜੀ ਆ ਜੌਬ ਦਾ ਤੁਹਾਡਾ ਕੋਈ ਵੀ ਲਿੰਕ ਨਹੀਂ ਹੋਣਾ ਚਾਹੀਦਾ। ਜਿਹੜੀ ਤੁਹਾਡੀ ਕੰਪਨੀ ਹੈਗੀ ਆ ਉਹਦੇ ਬਿਜ਼ਨਸ ਨੂੰ ਕੋਈ ਵੀ ਬੈਨੀਫਿਟ ਨਾ ਹੁੰਦਾ ਹੋਵੇ ਤੁਹਾਡੇ ਉਸ ਮੂਵ ਤੋਂ। ਜਿਵੇਂ ਕਿ ਤੁਸੀਂ ਡਿਲੀਵਰੀ ਦੇ ਨੇੜੇ ਚਲੇ ਜਾਓ, ਪਿਕਅਪ ਦੇ ਨੇੜੇ ਚਲੇ ਜਾਓ। ਸੋ ਇੱਦਾਂ ਦੇ ਜਿਹੜੇ ਸਿਨੈਰੀਓ ਹੈਗੇ ਆ ਉਹਦੇ ਵਿੱਚ ਜਿਹੜੀ ਆ ਉਹ ਪਰਸਨਲ ਕਨਵੀਨੀਅੰਸ ਦੇ ਤੌਰ 'ਤੇ ਨਹੀਂ ਯੂਜ਼ ਕਰ ਸਕਦੇ। ਜੀ ਜੀ ਜੀ। ਅਤੇ ਨਾਲ ਇਹ ਵੀ ਜਿਹੜਾ ਜ਼ਰੂਰ ਦੱਸੋ, ਜਿੱਦਾਂ ਹੁਣ ਤੁਸੀਂ ਕਹਿੰਦੇ ਵੀ ਕੈਰੀਅਰ ਨੇ ਪਾਲਿਸੀ ਜਿਹੜੀ ਉਹ ਲਿਖੀ ਹੋਣੀ ਚਾਹੀਦੀ ਆ, ਅਤੇ ਜਿਹੜੇ ਓਨਰ ਓਪਰੇਟਰਸ ਨੇ ਜਿਹੜੇ ਖੁਦ ਚੱਲਦੇ ਨੇ ਉਹਨਾਂ ਨੂੰ ਫਿਰ ਖੁਦ ਉਸ ਦੇ ਮੁਤਲਕ ਜਿਹੜੀਆਂ ਚੀਜ਼ਾਂ ਜਿਹੜੀਆਂ ਲਿਖਣੀਆਂ ਪੈਣੀਆਂ ਆ, ਨਿਰਧਾਰਿਤ ਕਰਨੀਆਂ ਪੈਣੀਆਂ ਆ, ਕਿ ਉਹਨਾਂ ਲਈ ਕੁਛ ਡਿਫਰੈਂਟ ਆ ਜਾਂ ਸੇਮ ਹੀ ਰਹੂਗਾ ਜਿਹੜਾ ਪਰਸਨਲ ਕਨਵੀਨੀਅੰਸ ਦਾ ਮਸਲਾ ਹੈ? ਨਹੀਂ, ਇਹ ਸਾਰਿਆਂ ਲਈ ਸੇਮ ਹੀ ਆ। ਉਹਨਾਂ ਲਈ ਸੈਲਫ ਡਿਸਿਪਲਿਨ ਹੈਗਾ। ਉਹਨਾਂ ਦੀ ਵੀ ਜਿਹੜੀ ਕੰਪਨੀ ਹੈਗੀ ਹੈ, ਚਾਹੇ ਉਹ ਓਨਰ ਆਪਰੇਟਰ ਆ, ਉਹਨਾਂ ਦਾ ਵੀ ਸੈਲਫ ਡਿਸਿਪਲਿਨ, ਤੇ ਉਹਨਾਂ ਨੂੰ ਵੀ ਆਪਣਾ ਇੱਕ ਲਾਈਨ ਆਫ ਵਰਕ ਬਣਾ ਕੇ ਚੱਲਣਾ ਪੈਣਾ। ਇੱਕ ਰੂਲ ਐਂਡ ਰੈਗੂਲੇਸ਼ਨ, ਆਪਣਾ ਸੈਲਫ ਜਿਹੜਾ ਡਿਸਿਪਲਿਨ ਹੈਗਾ ਉਹਨੂੰ ਕਰਨਾ ਪੈਣਾ ਕਿ ਪਰਸਨਲ ਕਨਵੀਨੀਅੰਸ ਨੂੰ ਮੈਂ ਕਿਸ ਮੌਕੇ ਤੇ ਕਿੱਥੇ ਯੂਜ਼ ਕਰ ਸਕਦਾ। ਸੋ ਉਹਨਾਂ ਨੂੰ ਬੇਸਿਕਲੀ ਓਨਰ ਆਪਰੇਟਰ ਨੂੰ ਸਿੱਖਣਾ ਪਊਗਾ ਕਿ ਐਕਚੁਅਲੀ ਪਰਸਨਲ ਕਨਵੀਨੀਅੰਸ ਜਿਹੜੀ ਆ ਉਹ ਕਿੱਥੇ ਕਿੱਥੇ ਲਾਗੂ ਹੁੰਦੀ ਤੇ ਕੀ ਆ। ਜੀ ਜੀ, ਠੀਕ ਹੈ। ਅਤੇ ਜਿਹੜਾ ਕਹਿੰਦੇ ਵੀ ਲੋਡ ਆ ਜਾਂ CMV ਆ, ਕੀ ਉਦੋਂ ਲੋਡ ਕੀਤਾ ਜਾ ਸਕਦਾ ਜਾਂ ਐਮਟੀ ਕੀਤਾ ਜਾ ਸਕਦਾ ਪਰਸਨਲ ਕਨਵੀਨੀਅੰਸ ਦੇ ਦੌਰਾਨ? ਦੇਖੋ ਜੀ, ਪਰਸਨਲ ਕਨਵੀਨੀਅੰਸ ਦਾ ਜਿਹੜੀ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਜਦੋਂ ਤੁਸੀਂ ਲੋਡ ਪਿਕਅਪ ਕਰ ਰਹੇ ਆ, ਮੰਨ ਲਓ, ਜਾਂ ਇਹ ਬੜੀ ਅੱਗੇ ਬਹੁਤ ਵੱਡੀ ਇਹ ਪ੍ਰੋਬਲਮ ਸੀਗੀ ਪਹਿਲਾਂ ਸ਼ੁਰੂ 'ਚ ਵੀ, ਕਿ ਜਦੋਂ ਤੁਸੀਂ ਲੋਡ ਟਰੱਕ ਕਰਦੇ ਆ, ਕਰਨ ਜਾਂਦੇ ਆ ਜਾਂ ਅਨਲੋਡ ਕਰਨ ਜਾਂਦੇ ਆ, ਤੇ ਉਸ ਤੋਂ ਬਾਅਦ ਤੁਸੀਂ ਉੱਥੇ ਤੁਹਾਡੇ ਆਵਰਸ ਖਤਮ ਹੋ ਜਾਂਦੇ ਆ, ਤੇ ਉਸ ਤੋਂ ਬਾਅਦ ਜਿਹੜਾ ਸ਼ਿਪਰ ਹੈਗਾ ਜਾਂ ਰਿਸੀਵਰ ਹੈਗਾ ਉਹ ਤੁਹਾਨੂੰ ਕਹਿੰਦਾ ਵੀ ਤੁਸੀਂ ਇੱਥੇ ਪਾਰਕ ਨਹੀਂ ਕਰ ਸਕਦੇ। ਤੇ ਉਹਦਾ ਮਤਲਬ ਹੁੰਦਾ ਕਿ ਤੁਸੀਂ ਮਤਲਬ ਕਿ ਪਹਿਲਾਂ ਇਹ ਬਹੁਤ ਵੱਡੀ ਸਿਚੁਏਸ਼ਨ ਸੀਗੀ, ਪਰ ਹੁਣ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਉੱਥੋਂ ਆਪਣਾ ਜਿਹੜਾ ਟਰੱਕ ਹੈਗਾ ਉਹ ਮੂਵ ਕਰ ਸਕਦੇ ਆ ਆਪਣੇ ਉਹਦੇ ਪਰਸਨਲ ਕਨਵੀਨੀਅੰਸ ਦੇ ਵਿੱਚ। ਬਟ ਤੁਹਾਡੇ ਆਵਰ ਜਿਹੜੇ ਆ ਡਰਾਈਵਿੰਗ ਜਿਹੜੇ ਆ ਤੇ ਆਫ ਡਿਊਟੀ ਆਵਰ 14 ਆਵਰ ਤੁਹਾਡੇ ਫਿਨਿਸ਼ ਹੋਣੇ ਚਾਹੀਦੇ ਆ, ਤੁਹਾਡੇ ਖਤਮ ਹੋ ਜਾਣੇ ਚਾਹੀਦੇ ਆ, ਤਾਂ ਕਿ ਤੁਸੀਂ ਆਫ ਡਿਊਟੀ ਹੋ। ਸੋ ਆਫ ਡਿਊਟੀ ਦੀ ਮੇਜਰ ਹੈਗੀ ਆ। ਸੋ ਜੇ ਤੁਹਾਨੂੰ ਮੰਨ ਲਓ ਕਿ ਸ਼ਿਪਰ ਜਾਂ ਰਿਸੀਵਰ ਕਹਿੰਦਾ ਕਿ ਸਾਡੇ ਕੋਲ ਪਾਰਕਿੰਗ ਹੈ ਨਹੀਂ ਗੀ, ਤੇ ਤੁਸੀਂ ਪਾਰਕਿੰਗ ਜਿਹੜੀ ਆ ਉਸ ਤੋਂ ਬਾਅਦ ਟਰੱਕ ਨੂੰ ਪਰਸਨਲ ਕਨਵੀਨੀਅੰਸ ਆਫ ਡਿਊਟੀ ਪਾ ਕੇ ਪਰਸਨਲ ਕਨਵੀਨੀਅੰਸ ਦੇ ਵਿੱਚ ਨੀਅਰੈਸਟ ਸੇਫੈਸਟ ਪਾਰਕਿੰਗ ਲੋਕੇਸ਼ਨ, ਇਹ ਉਹਨਾਂ ਨੇ ਕਲੀਅਰ ਕੀਤਾ ਕਿ ਨੀਅਰੈਸਟ ਸੇਫੈਸਟ ਪਾਰਕਿੰਗ ਲੋਕੇਸ਼ਨ ਤੇ ਤੁਸੀਂ ਲਿਜਾ ਸਕਦੇ ਆ, ਚਾਹੇ ਉਹ 10 ਮੀਲ ਦੂਰ ਹੈ, ਚਾਹੇ 20 ਮੀਲ ਦੂਰ ਹੈ, ਚਾਹੇ 50 ਮੀਲ ਦੂਰ ਹੈ, ਠੀਕ ਆ, ਉੱਥੇ ਲੈ ਕੇ ਜਾ ਸਕਦੇ ਆ। ਪਰ ਬਸ਼ਰਤੇ
ਕਿ ਤੁਸੀਂ ਇਹ ਨਾ ਹੋਵੇ ਕਿ ਉਸ ਪਾਰਕਿੰਗ ਸੇਫੈਸਟ ਪਾਰਕਿੰਗ ਤੱਕ ਪਹੁੰਚੇ ਆ ਤੇ ਉੱਥੋਂ ਤੁਸੀਂ ਕਹੋ ਵੀ ਚਲੋ ਕੋਈ ਗੱਲ ਨਹੀਂ, ਹੁਣ ਆਪਾਂ ਇਸ ਤੋਂ 50 ਮੀਲ ਅੱਗੇ ਹੋਰ ਦੂਜੀ ਪਾਰਕਿੰਗ ਆਪਾਂ ਉੱਥੇ ਲੈ ਜਾਈਏ। ਦੈਟ ਇਜ਼ ਨਾਟ ਅਲਾਉਡ। ਉਹ ਉਸ ਨੂੰ ਜਿਹੜਾ ਉਹ ਮੰਨਣਗੇ ਨਹੀਂ। ਠੀਕ ਹੈ। ਹਾਂ, ਕਿਉਂਕਿ ਦੇਖੋ ਜਿਹੜੀ ਹੁਣ ਪੁਲਿਸ ਆ ਜਾਂ ਜਿਹੜੀ ਲਾਅ ਇਨਫੋਰਸਮੈਂਟ ਆ ਉਹਨੂੰ ਵੀ ਪਤਾ ਵੀ ਜੇ ਕਿਤੇ ਸ਼ੈੱਡ ਹੈਗਾ, ਅੱਜ ਕੱਲ੍ਹ ਈਜ਼ੀ ਆ ਪਾ ਕੇ ਦੇਖ ਲੈਣਾ ਵੀ ਜੇ ਤੁਹਾਡਾ ਜਿਹੜਾ ਕਿੱਥੇ ਤੁਸੀਂ ਲੋਡ ਕੀਤਾ ਉਸ ਤੋਂ ਅਗਲਾ ਟਰੱਕ ਸਟਾਪ ਕਿੱਥੇ ਆ, ਉਹਨਾਂ ਨੂੰ ਵੀ ਸਾਰਾ ਪਤਾ ਰੈਸਟ ਏਰੀਆ ਕਿੱਥੇ ਆ। ਸੋ ਜੇ ਆਪਾਂ 2 ਰੈਸਟ ਏਰੀਏ ਪਾਰ ਕਰਕੇ ਤੇ ਕਵਾਂਗੇ ਵੀ ਤੀਜੇ ਤੇ ਚਲੇ ਜਾਈਏ ਤੇ ਬੇਸਿਕਲੀ ਕੀ ਕਰ ਰਹੇ ਕਿ ਆਪਾਂ ਆਪਣੇ ਡਿਲੀਵਰੀ ਦੇ ਜਾਂ ਆਪਣੇ ਪਿਕਅਪ ਪੁਆਇੰਟ ਦੇ ਕਲੋਸਰ ਜਾ ਰਹੇ ਹਾਂ, ਆਪਾਂ ਉੱਧਰ ਨੂੰ ਜਾ ਰਹੇ ਹਾਂ। ਸੋ ਉਹ ਨਹੀਂ ਗਿਣਿਆ ਜਾਊਗਾ, ਉਹ ਫਿਰ ਉਲੰਘਣਾ ਜਿਹੜੀ ਉਹ ਮੰਨੀ ਜਾਊਗੀ। ਠੀਕ ਹੈ ਜੀ। ਜੀ ਬਿਲਕੁਲ ਜੀ। ਅਤੇ ਜਦੋਂ ਔਨ ਡਿਊਟੀ ਬੰਦਾ ਹੁੰਦਾ ਹੈ ਉਦੋਂ ਤਾਂ ਪਰਸਨਲ ਕਨਵੀਨੈਂਸ ਦਾ ਕੋਈ ਮਤਲਬ ਹੈ ਕਿ ਨਹੀਂ ਹੈ? ਉਦੋਂ ਤੋਂ ਇਹ ਚੀਜ਼ ਵੈਲਿਡ ਹੁੰਦੀ ਹੈ ਕਿ ਨਹੀਂ? ਨਹੀਂ, ਪਰਸਨਲ ਕਨਵੀਨੈਂਸ ਸਿਰਫ ਤੇ ਸਿਰਫ ਆਫ ਡਿਊਟੀ ਵੇਲੇ ਹੀ ਯੂਜ਼ ਕੀਤੀ ਜਾ ਸਕਦੀ ਆ। ਜਿਹੜੀ ਪਰਸਨਲ ਕਨਵੀਨੈਂਸ ਆ ਉਹ ਤੁਹਾਡੇ ਰੈਗੂਲਰ ਜਿਹੜਾ 14 ਆਵਰ ਜਾਂ ਰੈਗੂਲਰ ਔਨ ਡਿਊਟੀ ਆਵਰਸ ਨੂੰ ਉਹ ਇਫੈਕਟ ਨਹੀਂ ਕਰਨੀ ਚਾਹੀਦੀ। ਠੀਕ ਹੈ ਜੀ। ਜੀ। ਅਤੇ ਨਾਲ ਹੀ ਜਿਹੜਾ ਅਗਲੀ ਚੀਜ਼ ਜਿਹੜੀ ਆਪਾਂ ਪੁੱਛਦੇ ਹਾਂ, ਜਿੱਦਾਂ ਤੁਸੀਂ ਆਲਰੇਡੀ ਕਲੀਅਰ ਕਰ ਹੀ ਦਿੱਤਾ ਹੈ ਵੀ ਇਹ ਨਾ ਹੋਵੇ ਵੀ ਬੰਦਾ ਤੁਸੀਂ ਇੱਕ ਸਟਾਪ ਛੱਡ ਕੇ ਅਤੇ ਅਗਲੇ 'ਤੇ ਜਿਹੜੇ ਰੈਸਟ ਸਟਾਪ ਦੇ ਉੱਥੇ ਜਾ ਕੇ ਜਿਹੜਾ ਦੇਖੋ ਅਤੇ ਜਵਾਜ਼ ਦੇਖੀ ਜਾਊਗੀ। ਜੇ ਉਹ ਦੇਖਣਗੇ ਜਦੋਂ ਪੁਲਿਸ ਵਾਲੇ ਤਾਂ ਫਿਰ ਉਹ ਤੁਹਾਨੂੰ ਜਿਹੜੀ ਉਹਦੇ ਬਾਰੇ ਜਿਹੜੀ ਟਿਕਟ ਆ ਉਹ ਵੀ ਦਿੱਤੀ ਜਾ ਸਕਦੀ ਆ। ਸੋ ਇਸ ਦੇ ਨਾਲ ਜੇ ਜੁੜੀ ਹੋਈ ਜਿਹੜੀ ਵੀ ਕੋਈ ਹੋਰ ਕਨਫਿਊਜ਼ਨ ਆ ਜਾਂ ਕੋਈ ਗੱਲ ਹੈਗੀ ਆ ਜੇ ਤੁਹਾਡੇ ਦਿਮਾਗ ਦੇ ਵਿੱਚ ਹੈਗੀ ਤਾਂ ਜ਼ਰੂਰ ਆਪਣੇ ਜਿਹੜੇ ਸਰੋਤਿਆਂ ਦੇ ਨਾਲ ਸ਼ੇਅਰ ਕਰੋ ਜੀ। ਤੇ ਇੱਕ ਜਿਹੜੀ ਹੋਰ ਇੰਪੋਰਟੈਂਟ ਗੱਲ ਹੈਗੀ ਆ ਕਿ ਜਿਹੜਾ ਕਮਰਸ਼ੀਅਲ ਮੋਟਰ ਵਹੀਕਲ ਹੈਗਾ ਆ, ਜਿਹੜਾ CMV ਹੈਗਾ ਆ, ਉਹ ਐਮਟੀ ਹੋਵੇ ਚਾਹੇ ਲੋਡਡ ਹੋਵੇ। ਪਹਿਲਾਂ ਇਹ ਹੁੰਦਾ ਸੀਗਾ ਕਿ ਐਮਟੀ ਹੋਣਾ ਜ਼ਰੂਰੀ ਆ, ਟ੍ਰੇਲਰ ਨਹੀਂ ਹੋਣਾ, ਟ੍ਰੇਲਰ ਨਹੀਂ ਲੋਡ ਪਿੱਛੇ ਪਾਇਆ ਹੋਣਾ ਚਾਹੀਦਾ। ਲੇਕਿਨ ਹੁਣ ਉਹਨਾਂ ਨੇ ਕਹਿ ਦਿੱਤਾ ਕਿ ਚਾਹੇ ਉਹ ਐਮਟੀ ਹੋਵੇ ਚਾਹੇ ਉਹ ਲੋਡਡ ਹੋਵੇ, ਦੋਨੋਂ ਪੁਆਇੰਟ ਦੇ ਉੱਤੇ ਜਿਹੜੀ ਆ ਉਹ ਤੁਸੀਂ ਐਜ਼ ਅ ਪਰਸਨਲ ਕਨਵੀਨੈਂਸ ਯੂਜ਼ ਕਰ ਸਕਦੇ ਆ। ਤੇ ਇਹਦੇ ਵਿੱਚ ਜਿਹੜਾ ਹੈਗਾ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਹੈਗੀ ਆ ਕਿ ਕਈ ਵਾਰੀ ਇਹ ਵੀ ਕੁਐਸਚਨ ਸੁਣਨ 'ਚ ਆਇਆ ਕਿ ਅਸੀਂ ਜਿਹੜਾ ਆ ਟਰੱਕ ਸਟਾਪ ਤੇ ਸੀ ਕਿਸੇ ਤੇ, ਜਾਂ ਅਸੀਂ ਸ਼ੋਲਡਰ ਤੇ ਸੀ ਕਿਤੇ, ਟਰੱਕ ਲਾਇਆ ਸੀਗਾ ਤੇ ਆਣ ਕੇ ਪੁਲਿਸ ਨੇ ਟਿਕਟ ਕਰਤੀਆਂ, ਪੁਲਿਸ ਨੇ ਮੂਵ ਸ਼ੁਰੂ ਕਰਤੇ ਟਰੱਕ। ਸੋ ਹੁਣ ਇਹਦੇ ਵਿੱਚ ਇਹ ਆ ਕਿ ਜੇ ਤੁਹਾਨੂੰ ਲਾਅ ਇਨਫੋਰਸਮੈਂਟ ਆਣ ਕੇ ਤੁਹਾਨੂੰ ਇਹ ਗੱਲ ਕਹਿੰਦਾ ਕਿ ਤੁਸੀਂ ਟਰੱਕ ਮੂਵ ਕਰੋ, ਚਾਹੇ ਤੁਸੀਂ ਸਲੀਪ ਦੇ ਵਿੱਚ ਹੈਗੇ ਆ ਚਾਹੇ ਤੁਸੀਂ ਕਿਤੇ ਵੀ ਹੈਗੇ ਆ, ਜੇ ਤੁਹਾਨੂੰ ਲਾਅ ਇਨਫੋਰਸਮੈਂਟ ਕਹਿੰਦਾ ਵੀ ਤੁਸੀਂ ਟਰੱਕ ਮੂਵ ਕਰੋ, ਤੁਸੀਂ ਆਪਣੇ ਆਪ ਨੂੰ ਆਫ ਡਿਊਟੀ ਪਾ ਕੇ ਟਰੱਕ ਨੂੰ ਪਰਸਨਲ ਕਨਵੀਨੈਂਸ ਦੇ ਵਿੱਚ ਸੇਫੈਸਟ ਲੋਕੇਸ਼ਨ ਪਾਰਕਿੰਗ ਤੇ ਲਿਜਾ ਸਕਦੇ। ਸੋ ਇਹ ਇੱਕ ਬਹੁਤ ਵੱਡੀ ਚੀਜ਼ ਹੈਗੀ ਹੈ, ਜਿਹੜੀ ਬੜੀ ਵੱਡੀ ਕੰਪਲੇਂਟ ਸੀਗੀ ਪਹਿਲਾਂ ਵੀ ਜਿਹੜੇ ਟਰੱਕ ਹੈਗੇ ਆ ਉਹ ਕਈ ਵਾਰੀ ਸਾਈਡ ਆਫ ਦਾ ਰੋਡ ਹੁੰਦੇ ਆ, ਕਈ ਵਾਰੀ ਕਿਤੇ ਪਾਰਕ ਹੁੰਦੇ ਆ ਤੇ ਪੁਲਿਸ ਵਾਲੇ ਡਿਸਟਰਬ ਕਰਦੇ, ਪੁਲਿਸ ਵਾਲੇ ਤੁਹਾਨੂੰ ਮੂਵ ਕਰਦੇ ਆ। ਪਰ ਜੇ ਲਾਅ ਇਨਫੋਰਸਮੈਂਟ ਆਣ ਕੇ ਤੁਹਾਨੂੰ ਕਹਿੰਦੀ ਆ, ਮੇਕ ਸ਼ੋਰ ਲਾਅ ਇਨਫੋਰਸਮੈਂਟ ਦਾ ਨਾਂ ਲੈ ਕੇ ਉੱਥੇ ਡਿਟੇਲ ਪਾਓ ਉਹਦੇ ਵਿੱਚ ਵੀ ਤੁਸੀਂ ਕਿਉਂ ਮੂਵ ਕੀਤਾ ਹੈ। ਸੋ ਮੇਕ ਸ਼ੋਰ ਹਰੇਕ ਜਿਹੜਾ ਪਰਸਨਲ ਕਨਵੀਨੈਂਸ ਤੇ ਤੁਸੀਂ ਪਾਉਣਾ ਹੈ ਜੈਨੂਅਨਲੀ, ਪਹਿਲੀ ਗੱਲ ਤਾਂ ਜੈਨੂਅਨਲੀ ਯੂਜ਼ ਕਰੋ, ਤੇ ਦੂਜੀ ਗੱਲ ਆ ਉੱਥੇ ਜ਼ਰੂਰ ਉਹਦੀ ਕਲੀਅਰ ਪਾਓ ਵੀ ਉੱਥੇ ਕਿਉਂ ਇਹ ਮੂਵ ਕੀਤਾ ਟਰੱਕ। ਸੋ ਇਹ ਜਿਹੜੀਆਂ ਇਹ ਬੜੀਆਂ ਜ਼ਰੂਰੀ ਹੈਗੀਆਂ। ਸੋ ਇੱਕ ਜਿਹੜੀ ਹੋਰ ਵੀ ਇਸ ਤੋਂ ਅੱਗੇ ਦੀ ਗੱਲ ਹੈਗੀ ਆ ਕਿ ਜਦੋਂ ਤੁਸੀਂ ਮੰਨ ਲਓ ਜੀ ਟਰੱਕ ਜਿਹੜਾ ਆ ਉਹ ਆਪਣੇ ਪਹਿਲਾਂ ਇਹ ਪਰਸਨਲ ਕਨਵੀਨੈਂਸ ਹੁੰਦਾ ਸੀ ਕਿ ਤੁਸੀਂ ਟਰੱਕ ਟ੍ਰੇਲਰ ਡ੍ਰੌਪ ਕੀਤਾ ਆਪਣੇ ਯਾਰਡ 'ਚ। ਇੱਕ ਸਿਨੈਰੀਓ ਲੈਂਦੇ ਆਪਾਂ ਕਿ ਤੁਸੀਂ ਆਪਣੇ ਯਾਰਡ 'ਚ ਟ੍ਰੇਲਰ ਡ੍ਰੌਪ ਕੀਤਾ, ਟ੍ਰੇਲਰ ਡ੍ਰੌਪ ਕਰਕੇ ਤੁਸੀਂ ਜਿਹੜੀ ਆ ਉੱਥੋਂ ਟ੍ਰੇਲਰ ਡ੍ਰੌਪ ਕਰਕੇ ਤੁਸੀਂ ਰਿਲੀਵ ਹੋ ਗਏ ਵਰਕ ਤੋਂ, ਤੁਹਾਡੀ ਖਤਮ ਹੋ ਗਿਆ, ਤੁਸੀਂ ਆਪਣਾ ਆਫ ਡਿਊਟੀ ਪਾਇਆ, ਤੁਸੀਂ ਆਫ ਡਿਊਟੀ ਪਾ ਕੇ ਤੇ ਤੁਸੀਂ ਪਰਸਨਲ ਕਨਵੀਨੈਂਸ 'ਚ ਟਰੱਕ ਜਿਹੜਾ ਆਪਣੇ ਘਰ ਲੈ ਗਏ, ਟਰੱਕ ਆਪਣੇ ਘਰ ਲੈ ਗਏ, ਤੁਸੀਂ ਆਪਣਾ 10 ਘੰਟੇ ਆਰਾਮ ਕੀਤਾ, ਉਸ ਤੋਂ ਬਾਅਦ ਤੁਹਾਨੂੰ ਟਰੱਕ ਪਹਿਲੇ ਜਿਹੜਾ ਲਾਅ ਸੀਗਾ ਉਹਦੇ ਵਿੱਚ ਤੁਹਾਨੂੰ ਉੱਥੇ ਲਿਆਉਣਾ ਜ਼ਰੂਰੀ ਸੀ ਵਾਪਸ, ਉੱਥੇ ਜਿੱਥੇ ਤੁਸੀਂ ਟ੍ਰੇਲਰ ਡ੍ਰੌਪ ਕੀਤਾ। ਹੁਣ ਤੁਹਾਨੂੰ ਉੱਥੇ ਟਰੱਕ ਲਿਆਉਣਾ ਜ਼ਰੂਰੀ ਨਹੀਂ, ਉੱਥੋਂ ਤੁਸੀਂ ਦੂਸਰੀ ਪਿਕਅਪ ਤੇ ਵੀ ਜਾ ਸਕਦੇ ਆ ਐਜ਼ ਅ ਪਰਸਨਲ ਕਨਵੀਨੈਂਸ ਪਾ ਕੇ। ਠੀਕ ਹੈ। ਸੋ ਇਹ ਬੜੀ ਜਿਹੜੀਆਂ ਕਈ ਚੀਜ਼ਾਂ ਜ਼ਰੂਰੀ ਆ। ਤੁਸੀਂ ਇਹ ਨਹੀਂ ਗਾ ਕਿ ਤੁਸੀਂ ਚਲੇ ਗਏ ਉੱਥੋਂ ਪਰਸਨਲ ਕਨਵੀਨੈਂਸ ਯੂਜ਼ ਕਰਕੇ ਘਰ ਚਲੇ ਗਏ ਤੇ ਘਰੋਂ ਮੁੜ ਕੇ ਜਾ ਕੇ ਤੁਹਾਨੂੰ ਜੌਬ ਡਿਸਪੈਚ ਕਰਤੀ ਕਿ ਤੁਸੀਂ ਤੋਂ ਜਾ ਕੇ ਆਪਣਾ ਟ੍ਰੇਲਰ ਕਰੋ, ਤੇ ਤੁਸੀਂ ਉਹ ਚੀਜ਼ ਨੂੰ ਤੁਸੀਂ ਪਰਸਨਲ ਕਨਵੀਨੈਂਸ ਪਾ ਕੇ ਪਿਕ ਕਰ ਨਹੀਂ ਜਾ ਸਕਦੇ ਕਿਉਂਕਿ ਉੱਥੇ ਤੁਹਾਨੂੰ ਉਹਨਾਂ ਨੇ ਆਲਰੇਡੀ ਜੌਬ ਡਿਸਪੈਚ ਕਰਤੀ ਆ। ਸੋ ਇਹਦੇ ਵਿੱਚ ਜਿਹੜਾ ਇਹ ਵੀ ਆ ਕਿ ਜਦੋਂ ਆਪਾਂ
ਪਿਛਲੇ ਆਪਾਂ ਇੱਕ ਜਿਹੜਾ ਸਿਨੈਰੀਓ 'ਚ ਚੱਲਦੇ ਆ ਕਿ ਜਦੋਂ ਤੁਸੀਂ ਮੰਨ ਲਓ ਕਿ ਇੱਥੋਂ ਡੈਲਸ ਗਿਆ ਬੰਦਾ ਜਾਂ ਇੱਥੋਂ ਕਿਤੇ ਵੀ ਬਾਹਰ ਗਿਆ, ਉੱਥੇ ਉਹਨੇ ਲੋਡ ਜਾ ਕੇ ਲੋਡ ਲਾਤਾ, ਉਸ ਤੋਂ ਬਾਅਦ ਲੋਡ ਲਾਉਣ ਤੋਂ ਬਾਅਦ ਉਹ ਰਿਸੀਵਰ ਕਹਿੰਦਾ ਕਿ ਤੂੰ ਭਾਈ ਇੱਥੋਂ ਮੂਵ ਕਰ ਲਾ, ਮੇਰੇ ਕੋਲ ਪਾਰਕਿੰਗ ਹੈ ਨਹੀਂ। ਉਹਨੇ ਪਰਸਨਲ ਕਨਵੀਨੀਅੰਸ 'ਚ ਪਾ ਕੇ ਮੂਵ ਕਰ ਲਿਆ ਟਰੱਕ ਆਪਣੇ ਨੀਅਰੈਸਟ ਟਰੱਕ ਸਟਾਪ ਤੇ। ਉਦੋਂ ਜਦੋਂ ਮੂਵ ਕਰਦਾ ਟਰੱਕ ਉਹ ਪਰਸਨਲ ਕਨਵੀਨੀਅੰਸ ਦੇ ਤੌਰ ਤੇ ਰਿਸੀਵਰ ਤੋਂ ਟਰੱਕ ਸਟਾਪ ਤੇ, ਉਦੋਂ ਉਹਨੂੰ ਲੋਡ ਡਿਸਪੈਚ ਹੋਇਆ ਨਹੀਂ ਹੋਣਾ ਚਾਹੀਦਾ। ਜੇ ਉਹਨੂੰ ਲੋਡ ਡਿਸਪੈਚ ਹੋਇਆ ਆ ਤੇ ਉਹ ਲੋਡ ਜਿੱਧਰ ਨੂੰ ਲੋਡ ਕਰਨ ਜਾਣਾ ਉਧਰਲੀ ਡਾਇਰੈਕਸ਼ਨ ਦੇ ਵਿੱਚ ਉਹ ਜਾ ਰਿਹਾ ਆ ਟਰੱਕ ਸਟਾਪ ਨੂੰ, ਤੇ that is not gonna be used as a personal conveyance। ਫਿਰ ਉਹ ਪਰਸਨਲ ਕਨਵੀਨੀਅੰਸ ਨਹੀਂ ਮੰਨੀ ਜਾਂਦੀ ਜੀ। ਸੋ ਮੇਕ ਸ਼ੋਰ ਜੇ ਇਦਾਂ ਦੀ ਕੋਈ ਸਿਚੁਏਸ਼ਨ ਹੁੰਦੀ ਆ, ਕਿਉਂਕਿ ਆਪਾਂ ਕਹਿ ਦਿੰਦੇ ਵੀ ਆਪਾਂ ਕਿਹੜਾ ਲੋਡ ਦਾ ਦੱਸਣਾ ਵੀ ਡਿਸਪੈਚ ਹੋਇਆ ਕਿ ਨਹੀਂ ਹੋਇਆ। ਆਪਣੀ ਜਿਹੜੀ ਇਲੈਕਟ੍ਰੋਨਿਕ ਮੇਲ ਆ, ਇਲੈਕਟ੍ਰੋਨਿਕ ਅੱਜ ਕੱਲ੍ਹ ਸਾਰਾ ਕੁਝ ਹੋ ਗਿਆ ਆ, ਉਹਦੇ 'ਚ ਲੋਡ ਡਿਸਪੈਚਿੰਗ ਇਹ ਉਹ ਸਾਰਾ ਕੁਝ ਹੈਗਾ। ਉੱਥੇ ਪਤਾ ਹੁੰਦਾ ਵੀ ਲੋਡ ਕਦੋਂ ਅਸਾਈਨ ਕੀਤਾ, ਕਦੋਂ ਇਹਨਾਂ ਦੇ ਡਰਾਈਵਰ ਨੂੰ ਦਿੱਤਾ, ਕਦੋਂ ਪਹੁੰਚਿਆ। ਸੋ ਹਰ ਇੱਕ ਚੀਜ਼ ਇਲੈਕਟ੍ਰੋਨਿਕਲੀ ਸੇਫ ਹੈਗੀ ਆ, ਵਿੱਚ ਸੇਵ ਆ। ਸੋ ਮੇਕ ਸ਼ੋਰ ਜੇ ਤੁਸੀਂ ਡਰਾਈਵਰ ਨੇ ਪਰਸਨਲ ਕਨਵੀਨੀਅੰਸ ਪਾ ਕੇ ਯੂਜ਼ ਕਰਨਾ, ਉਹਨੂੰ ਲੋਡ ਡਿਸਪੈਚ ਨਾ ਕਰੋ। ਉਹਨੂੰ ਵੈਸੇ ਤੁਸੀਂ ਉੱਧਰ ਨੂੰ ਤੋਰ ਸਕਦੇ ਆ ਕਿ ਹਾਂ ਭਾਈ ਇੱਧਰ ਨੂੰ ਇੱਧਰਲੀ ਡਾਇਰੈਕਸ਼ਨ 'ਚ ਹੋ ਜਾ, ਪਰ ਲੋਡ ਡਿਸਪੈਚ ਨਾ ਕਰੋ। ਸੋ ਲੋਡ ਡਿਸਪੈਚ ਕੀਤਾ ਤਾਂ ਤੁਸੀਂ ਉਹਨੂੰ ਪਰਸਨਲ ਕਨਵੀਨੀਅੰਸ 'ਚ ਤੋਰ ਨਹੀਂ ਸਕਦੇ ਜੀ। ਅਤੇ ਨਾਲ ਹੀ ਰਮਨ ਜੀ ਮੈਂ ਪੁੱਛਣਾ ਚਾਹੁੰਦਾ ਆ, ਪਰਸਨਲ ਕਨਵੀਨੀਅੰਸ ਦਾ ਜੇ ਇੰਨਾ ਕਨਫਿਊਜ਼ਨ ਆ, ਇੰਨਾ ਭੁਲੇਖਾ ਆ, ਜਾਂ ਕਹਿ ਲਓ ਜੋ ਵੀ ਇਸ ਦੇ ਨਾਲ ਹੈਗਾ ਆ, ਕਿੰਨੀ ਕੁ ਜ਼ਿਆਦਾ ਚੈਕਿੰਗ ਇਸ ਨੂੰ ਲੈ ਕੇ ਜਿਹੜੀ ਆ ਕਹਿ ਲਓ ਵੀ ਹਾਈਵੇ ਪੈਟਰੋਲ ਵਾਲੇ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੀ ਹੋ ਰਹੀ ਆ, ਜਾਂ ਕੈਲੀਫੋਰਨੀਆ 'ਚ ਕੀ ਲੋਕਾਂ ਨੂੰ ਬਹੁਤ ਜ਼ਿਆਦਾ ਟਿਕਟਸ ਇਸ ਦੇ ਮਤਲਬ ਮਿਲ ਰਹੀਆਂ ਨੇ? ਦੇਖੋ ਜੀ, ਟਿਕਟ ਅਜੇ ਜਿਹੜਾ ਇਹ ਮੌਸਮ ਆ, ELD ਦਾ ਮੌਸਮ ਆ, ਇਹ ਸਾਰਾ ਕੁਝ ਸ਼ੁਰੂ ਹੋਇਆ, ਨਵਾਂ ਸਾਰਾ ਕੁਝ ਚੱਲ ਰਿਹਾ। ਅਜੇ ਹੁਣੇ ਹੀ ਜਿਹੜੀ ਆ ਆਪਣੀ ELD ਆਪਣੀ ਜਿਹੜੀ ਆ ਸੇਫਟੀ ਬਲੇਜ਼ ਹੋ ਕੇ ਹਟੀ ਹੈ 72 ਘੰਟਿਆਂ ਦੀ ਤੱਕ ਸੀਗੀ, 72 ਘੰਟੇ ਲੱਗੀ ਸੀਗੀ। ਸੋ ਇਹਦੇ ਵੀ ਰਿਜ਼ਲਟ ਆਉਣੇ ਸ਼ੁਰੂ ਹੋਏ ਆ। ਬੇਸਿਕਲੀ ਅਜੇ ਸਟਿਲ ਅਸੀਂ ਰਿਸੀਵ ਕਰ ਰਹੇ ਆ ਰਿਜ਼ਲਟ, ਸਾਨੂੰ ਮਿਲ ਰਹੇ ਆ ਕਿ ਥੋੜੇ ਬਹੁਤ ਮਿਲ ਰਹੇ ਆ। ਔਰ ਹੁਣ ਦੇਖਦੇ ਆ ਕਿ ਜਿਹੜੀ ਇਹ ਸੇਫਟੀ 72 ਘੰਟੇ ਲੱਗੀ ਸੀ, ਇਹਦੇ ਵਿੱਚ ਕੀ ਅਸਰ ਪਿਆ ELD ਦੇ ਨਾਲ। ਸੋ ਇਹ ਦੇਖਣਯੋਗ ਹੋਊਗਾ। ਤੇ ਪਲੱਸ ਉਹਦੇ ਨਾਲ ਜਿਹੜਾ ਇਸ ਚੀਜ਼ ਦਾ ਆ ਕਿ ਪਰਸਨਲ ਕਨਵੀਨੀਅੰਸ, ਦੇਖੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈ ਸੇਫਟੀ ਤੌਰ ਤੇ ਤੁਹਾਨੂੰ ਅੱਜ ਕਰਨੀਆਂ ਜ਼ਰੂਰੀ ਆ, ਕਿਉਂਕਿ ਕੱਲ ਨੂੰ ਜਦੋਂ ਤੁਸੀਂ ਆਡਿਟ 'ਚ ਜਾਂਦੇ ਆ ਜਾਂ ਤੁਹਾਨੂੰ ਕਿਤੇ ਪੁੱਲ ਕਰਦੇ ਆ ਔਰ ਤੁਹਾਡਾ ਉਹ 7 ਦਿਨ ਪਿਛਲਾ ਚੈੱਕ ਕਰਦੇ ਆ, ਤੇ ਤੁਹਾਨੂੰ ਪੋਰਟਲ ਦੇ ਉੱਤੇ ਤੁਹਾਡੀ ਤੁਹਾਡੀ ਲੌਗ ਬੁੱਕ ਲੈਂਦੇ ਆ, ਪਾਉਂਦੇ ਆ, ਉੱਥੇ ਉਹ ਸ਼ੋਅ ਕਰੂਗਾ। ਉੱਥੇ ਜੇ ਤਾਂ ਅਸੀਂ ਜਨਰਲੀ ਉਹਨੂੰ ਯੂਜ਼ ਕੀਤਾ ਆ, ਮੰਨ ਲਓ ਠੀਕ ਹੈ ਨਾ, ਜਨਰਲੀ ਯੂਜ਼ ਕੀਤਾ ਆ, ਅਸੀਂ ਉਹਦੇ ਵਿੱਚ ਆਪਣਾ ਐਨੋਟੇਸ਼ਨ ਪਾਈ ਆ, ਉਹ 'ਚ ਡਿਸਕ੍ਰਿਪਸ਼ਨ ਪਾਈ ਆ ਵੀ ਕਿਉਂ ਅਸੀਂ ਯੂਜ਼ ਕੀਤਾ ਸੀਗਾ। ਤੇ ਜਦੋਂ ਲਾਅ ਐਨਫੋਰਸਮੈਂਟ ਵੀ ਜਿਹੜਾ ਆ ਉਹ ਦੇਖਦਾ ਆ ਕਿ ਆਪਣਾ ਇਹਨਾਂ ਨੇ ਆਹ ਮੂਵ ਕੀਤਾ ਆ, 20 ਮੀਲ ਦੀ ਇਹਨਾਂ ਨੇ ਜਿਹੜੀ ਆ ਪਰਸਨਲ ਕਨਵੀਨੀਅੰਸ ਯੂਜ਼ ਕੀਤੀ ਆ, ਪਰ ਉਹਦੇ ਵਿੱਚ ਰੀਜ਼ਨ ਪਾਇਆ ਆ। ਮੋਸਟ ਆਫ ਦਾ ਟਾਈਮ ਲਾਅ ਐਨਫੋਰਸਮੈਂਟ ਦੇ ਏਰੀਏ ਦੇ ਨੂੰ ਪਤਾ ਹੁੰਦਾ ਵੀ ਕਿਹੜੇ ਸ਼ੈੱਡ ਜਿਹੜੇ ਆ ਉਹ ਰਾਤ ਨੂੰ ਮੂਵ ਕਰ ਦਿੰਦੇ ਟਰੱਕ, ਕਿਹੜੇ ਨਹੀਂ ਕਰਦੇ। ਬੜੀ ਮੱਚ ਉਹਨਾਂ ਨੂੰ ਜ਼ਿਆਦਾਤਰ ਪਤਾ ਹੁੰਦਾ, ਜਾਂ ਉਹ ਕਾਲ ਵੀ ਕਰ ਸਕਦੇ ਆ। ਸੋ ਜਿਹੜੇ ਆਪਣੇ ਔਰਗਨ ਵਾਸ਼ਿੰਗਟਨ ਵਾਲੇ ਪਾਸੇ ਚੱਲਦੇ ਆ, ਇਹਨਾਂ ਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਜੇ ਤੁਸੀਂ ਔਰਗਨ ਦੇ ਵਿੱਚ ਪੁੱਲ ਹੁੰਦੇ ਆ, ਜੇ ਤੁਹਾਡਾ ਕੋਈ ਸਿਚੁਏਸ਼ਨ ਬਣਦੀ ਆ ਸਕੇਲ ਦੇ ਉੱਤੇ, ਤੇ ਉਹ ਤੁਹਾਡੇ ਸ਼ੈਡ ਨੂੰ ਕਾਲ ਕਰ ਲੈਂਦੇ। ਜੇ ਤੁਸੀਂ ਲੋਡ ਪਿਕਅਪ ਕੀਤਾ, ਡ੍ਰੌਪ ਕੀਤਾ, ਉਹ ਆਲਵੇਜ਼ ਕਾਲ ਕਰ ਲੈਂਦੇ, ਕਾਲ ਕਰਕੇ ਪੁੱਛ ਲੈਂਦੇ ਵੀ ਟਰੱਕ ਕਦੋਂ ਆਇਆ ਸੀ, ਕਦੋਂ ਗਿਆ ਸੀਗਾ। ਸੋ ਇਹ ਜਿਹੜੀਆਂ ਚੀਜ਼ਾਂ ਆ, ਇਹ ਸਿਰਫ ਇਸੇ ਕਰਕੇ ਇਹ ਚੀਜ਼ ਜਾਰੀ ਕਹੀ ਆ ਕਿ ਇਹਨੂੰ ਜੈਨੂਅਨਲੀ ਯੂਜ਼ ਕਰੋ, ਇਹਨੂੰ ਧੱਕਾ ਨਾ ਕਰੋ। ਮਤਲਬ ਜੇ ਤੁਹਾਨੂੰ ਕੋਈ ਛੋਟ ਮਿਲ ਗਈ ਆ, ਖੁੱਲ੍ਹ ਮਿਲ ਗਈ ਆ, ਇਹਦਾ ਮਤਲਬ ਇਹ ਉਹ ਜਿਹੜੀ ਛੋਟ ਆ ਉਹਨੂੰ ਪਿਆਰ ਦੇ ਨਾਲ ਉਹਨੂੰ ਯੂਜ਼ ਕਰੋ, ਨਾ ਕਿ ਉਹਨੂੰ ਮਿਸਯੂਜ਼ ਕਰੋ। ਜਦੋਂ ਆਪਾਂ ਪ੍ਰੋਬਲਮ ਆਉਂਦੀ ਆ, ਜਦੋਂ ਆਪਾਂ ਮਿਸਯੂਜ਼ ਕਰਦੇ ਆ, ਠੀਕ ਹੈ ਨਾ। ਤੇ ਸਾਰਿਆਂ ਨਾਲੋਂ ਵੱਡੀ ਚੀਜ਼ ਗੱਲ ਕਰਨ ਵਾਲੀ ਇਹ ਆ ਕਿ ਇਫ ਇਟ ਡਜ਼ ਨਾਟ ਮੇਕ ਸੈਂਸ ਫॉर ਯੂ, ਇਟ ਡਜ਼ ਨਾਟ ਮੇਕ ਸੈਂਸ ਫॉर ਲਾਅ ਐਨਫੋਰਸਮੈਂਟ। ਜੇ ਤੁਸੀਂ ਆਪਣੇ ਆਪ ਨੂੰ ਸੈਲਫ ਡਿਸਿਪਲਿਨ ਕਰੋ, ਦੇਖੋ ਵੀ ਯਾਰ ਇਹ ਸੈਂਸ ਤਾਂ ਬਣਦੀ ਨਹੀਂ ਕੋਈ, ਮੈਂ ਇੱਦਾਂ ਕਰ ਰਿਹਾ, ਤੇ ਜੇ ਤੁਹਾਨੂੰ ਨਹੀਂ ਸੈਂਸ ਬਣਦੀ ਤੇ ਫਿਰ ਉਹਨਾਂ ਨੂੰ ਵੀ ਨਹੀਂ ਬਣਦੀ। ਤੇ ਕਈ ਵਾਰੀ ਆਪਾਂ ਗਲਤੀ ਉਦੋਂ ਕਰਦੇ ਆ ਜਦੋਂ ਆਪਾਂ ਇੱਕ ਨੌਨਸੈਂਸ ਚੀਜ਼ ਨੂੰ ਸੈਂਸਿਬਲ ਬਣਾ ਕੇ ਆਪਣੇ ਆਪ ਨੂੰ ਸਮਝਾ ਲੈਂਦੇ, ਯਾਰ ਇਹ ਤਾਂ ਹੋ ਸਕਦਾ ਹੈ ਨਾ, ਆਪਣੇ ਆਪ ਨੂੰ ਆਪਾਂ ਕਹਿ ਲਿਆ ਵੀ ਨਹੀਂ ਇਹ ਤਾਂ ਹੋ ਸਕਦਾ, ਉਦੋਂ ਆਪਾਂ ਪ੍ਰੋਬਲਮ ਚ ਆਉਂਦੇ ਹਾਂ, ਵਰਕ ਅਰਾਊਂਡ ਬਣਾਉਣ ਦੀ ਕੋਸ਼ਿਸ਼ ਕਰਦੇ ਆਪਣੇ ਦਿਮਾਗ ਦੇ ਵਿੱਚ। ਬਿਲਕੁਲ ਜੀ ਬਿਲਕੁਲ। ਅਜੇ ਵੀ ਬਹੁਤ ਕੰਪਨੀਆਂ ਐਸੀਆਂ ਹੈਗੀਆਂ, ਬਹੁਤ ਜਿਹੜੀਆਂ ਕੈਰੀਅਰਸ ਐਸੇ ਹੈਗੇ ਆ ਜਿਹੜੇ ਕਿ ਇਹ ਟਰਾਈ ਕਰ ਰਹੇ ਆ ਕਿ ਇਹਨੂੰ ਲੂਪ ਹੋਲ ਕਿੱਦਾਂ ਲੱਭਿਆ ਜਾਵੇ ਇਹਨਾਂ ਚੀਜ਼ਾਂ ਦੇ ਵਿੱਚੋਂ, ਇਹਨਾਂ ਚੀਜ਼ਾਂ ਤੋਂ ਹੋਰ ਗਾਂਹ ਲੂਪ ਹੋਲ ਕਿੱਦਾਂ ਕੱਢਿਆ ਜਾਵੇ। ਸੋ ਉਹ ਜਿਹੜੇ ਕੈਰੀਅਰਸ ਹੈਗੇ ਆ, ਡੈਫੀਨੇਟਲੀ ਮੈਂ ਕਹੂੰਗਾ ਕਿ ਆਉਣ ਵਾਲਾ ਸਮਾਂ ਜਿਹੜਾ ਆ ਬੜਾ ਔਖਾ ਆ, ਸੌਖਾ ਨਹੀਂ ਗਾ।
ਜੀ 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 ਬਿਲਕੁਲ ਬਿਲਕੁਲ ਡੈਫੀਨੇਟਲੀ ਜੇ ਕੋਈ ਰੂਲ ਬਣਿਆ ਦੇਖੋ ਲੂਪ ਹੋਲ ਹੁੰਦੇ ਨੇ ਡੈਫੀਨੇਟਲੀ ਜਿਹੜੇ ਹੁੰਦੇ ਨੇ ਆਪਾਂ ਦੇਖਦੇ ਹਾਂ ਵੱਡੇ ਤੋਂ ਵੱਡੇ ਲੋਕ ਜਿਹੜੇ ਆ ਉਸ ਦਾ ਕਈ ਤਰੀਕੇ ਦੇ ਨਾਲ ਕਿੱਦਾਂ ਜਿਹੜਾ ਕਰਦੇ ਆ ਉੱਦਾਂ ਜਿਹੜੀਆਂ ਰੈਗੂਲੇਟਰੀ ਜਿਹੜੀਆਂ ਚੀਜ਼ਾਂ ਹੁੰਦੀਆਂ ਜਿਹੜੇ ਕਮਿਸ਼ਨਸ ਨੇ ਐਸੋਸੀਏਸ਼ਨਾਂ ਟਰਾਈ ਤਾਂ ਉਹੀ ਕਰਦੀਆਂ ਵੀ ਨਾ ਹੋਣ ਬਾਕੀ ਦੇਖੋ ਉਸ ਹਿਸਾਬ ਦੇ ਨਾਲ ਚੱਲੋ ਜਿਹੜਾ ਤੁਹਾਡੇ ਲਈ ਵੀ ਸੇਫ ਆ ਜਿਹੜਾ ਬਾਕੀ ਸਾਰਿਆਂ ਦੇ ਲਈ ਵੀ ਸੇਫ ਆ ਜਿਹਦੇ ਵਿੱਚ ਤੁਹਾਨੂੰ ਕਿਸੇ ਤਰੀਕੇ ਦੀ ਜਿਹੜੀ ਪ੍ਰੋਬਲਮ ਆ ਉਹ ਨਾ ਆਵੇ। ਅਤੇ ਰਮਨ ਜੀ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ ਆਪਾਂ ਬ੍ਰੇਕ ਲਵਾਂਗੇ ਬ੍ਰੇਕ ਲੈ ਕੇ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਇੱਕ ਨਵਾਂ ਸੈਨੇਟ ਸਪੈਂਡਿੰਗ ਬਿੱਲ ਨੂੰ ਲੈ ਕੇ ਜਿਹੜੀ ਆ ਚਰਚਾ ਹੈਗੀ ਆ ELD ਵਾਲੀ ਐਗਜ਼ੈਂਪਸ਼ਨਸ ਦੀ ਉਸ ਦੇ ਵਿੱਚ ਚਰਚਾ ਆ ਕੀ ਚਰਚਾ ਆ ਚੱਲ ਰਹੀ ਆ ਉਸ ਦੇ ਬਾਰੇ ਜਿਹੜੀ ਆਪਣੇ ਸਰੋਤਿਆਂ ਨੂੰ ਆਪਾਂ ਜਾਣਕਾਰੀ ਦੇਵਾਂਗੇ। ਸਰੋਤੇ ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU Fresno 1300 AM। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ ਬੜਾ ਸ਼ਾਨਦਾਰ ਆ। ਬਸ ਜੀ ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ ਜਦੋਂ ਦੀਆਂ ELDਆਂ ਲੱਗੀਆਂ ਆ ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਤੂੰ ਇਹਨਾਂ ਕੋਲ ਹੀ ਜਾ ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ ਸੈਲਮਾ ਵਲੇਰੋ ਦੇ ਪਿੱਛੇ ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559-905-2166। ਕੀ ਤੁਸੀਂ ਬਾਹਰ ਧੁੱਪ ਵਿੱਚ ਕੰਮ ਕਰਦੇ ਹੋ? ਕਾਨੂੰਨ ਮੁਤਾਬਕ ਤੁਹਾਡੀ ਕੰਪਨੀ ਜਾਂ ਫਾਰਮ ਜਿਸ ਦੇ ਲਈ ਤੁਸੀਂ ਕੰਮ ਕਰਦੇ ਹੋ ਉਸ ਨੂੰ ਜ਼ਰੂਰੀ ਹੈ ਕਿ ਤੁਹਾਨੂੰ ਛਾਂ ਦਾ ਪ੍ਰਬੰਧ ਕਰਕੇ ਲੋੜ ਅਨੁਸਾਰ ਛਾਂ ਵਿੱਚ ਆਰਾਮ ਕਰਨ ਦੇਵੇ। ਇਹ ਤੁਹਾਡਾ ਕਾਨੂੰਨੀ ਹੱਕ ਹੈ। ਆਰਾਮ ਕਰਨ ਦੇ ਲਈ ਬਿਮਾਰ ਹੋਣ ਦਾ ਇੰਤਜ਼ਾਰ ਨਾ ਕਰੋ। ਜ਼ਿਆਦਾ ਗਰਮੀ ਕਰਕੇ ਤੁਹਾਨੂੰ ਦੌਰਾ ਵੀ ਪੈ ਸਕਦਾ ਹੈ ਜਾਂ ਫਿਰ ਤੁਹਾਡੀ ਮੌਤ ਵੀ ਹੋ ਸਕਦੀ ਹੈ। ਜੇਕਰ ਤੁਸੀਂ ਜ਼ਿਆਦਾ ਗਰਮੀ ਕਰਕੇ ਬਿਮਾਰ ਮਹਿਸੂਸ ਕਰੋ ਜਲਦੀ ਹੀ ਆਪਣੇ ਬੌਸ ਨੂੰ ਦੱਸੋ ਤਾਂ ਕਿ ਬਿਮਾਰ ਹੋਣ ਤੋਂ ਬਚ ਸਕੋ। ਆਰਾਮ, ਚੈਨ ਅਤੇ ਮੁਫਤ ਪਾਣੀ ਤੁਹਾਨੂੰ ਗਰਮੀ ਤੋਂ ਬਚਣ ਵਿੱਚ ਸਹਾਇਤਾ ਕਰਦਾ ਹੈ। ਆਪਣੇ ਹੱਕਾਂ ਨੂੰ ਜਾਣੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 877-992-2567। ਇਹ ਸੰਦੇਸ਼ ਕੈਲੋਸ਼ਾ ਵੱਲੋਂ ਹੈ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916-688-8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ ਸੂਟ 400 ਸੈਕਰਾਮੈਂਟੋ 9166888888। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨ ਨੇ ਐਵੇਂ ਨਾ ਜਾ ਘਬਰਾਈ। ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਾਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510-325-8433 9163346000 916-334-6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ।
ਇੰਨਾ ਸਾਰਾ ਸਮਾਨ। ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916-393-1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9165976865 916-597-6865। ਅਤੇ ਇਹਨਾਂ ਦਾ ਨਵਾਂ ਰੈਸਟੋਰੈਂਟ ਫੋਲਸਨ ਵਿਖੇ ਵੀ ਖੁੱਲ ਰਿਹਾ ਹੈ ਅਤੇ ਇਹਨਾਂ ਨੂੰ ਹੈਲਪਰ ਦੀ ਵੀ ਜ਼ਰੂਰਤ ਹੈ। ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ। ਇਹ ਹੈ ਪੰਜਾਬੀ ਰੇਡੀਓ USA 1470 AM सैक्रामेंटो। जी हाजरीन नाज़रीन पेश करने जा रहे हैं आप सबकी नजर, आप सब दा हरम प्यारा यार अंदा यार स्टार ऑन द स्टार। ताड़ियां ताड़ियां दी गूंज एक बार फिर। पंजाबी रेडियो USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਟਰੈਕਿੰਗ ਸਪੈਸ਼ਲ ਤੇ ਮੇਰੇ ਨਾਲ ਜੁੜੇ ਹੋਏ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਰਮਨ ਜੀ, ਜਿਹੜੀ ਆਪਣੀ ਅਗਲੀ ਜਿਹੜੀ ਗੱਲਬਾਤ ਆ ਉਸ ਦੇ ਵੱਲ ਆਪਾਂ ਵੱਧਦੇ ਹਾਂ। ਜਿਹੜੀ ਇੱਕ ਸੈਨੇਟ ਦਾ ਜਿਹੜਾ ਸਪੈਂਡਿੰਗ ਬਿੱਲ ਆ ਉਸ ਦੇ ਬਾਰੇ ਵੀ ਜਿਹੜੀ ਆਪਾਂ ਗੱਲ ਕਰਾਂਗੇ। ਉਸ ਤੋਂ ਪਹਿਲਾਂ ਇਹ ਵੀ ਜਿਹੜੀ ਜ਼ਰੂਰ ਜਾਣਕਾਰੀ ਦਿਓ ਕੀ ਚੱਲ ਰਿਹਾ ਇਸ ਟਾਈਮ ਜਿਹੜੀ ਆਟੋਨੋਮਸ ਟਰੱਕਿੰਗ ਤੇ ਜਿਹੜੇ ਇਲੈਕਟ੍ਰਿਕ ਟਰੱਕ ਜਿਹੜੇ ਆ ਰਹੇ ਆ, ਕਿਹੜੇ ਕਿਹੜੇ ਹੋਰ ਪਲੇਅਰ ਜਿਹੜੇ ਆ ਇਸ ਮਾਰਕੀਟ ਦੇ ਵਿੱਚ ਕਹਿ ਲਓ ਵੀ ਜੰਪ ਕਰ ਰਹੇ ਆ, ਛਾਲਾ ਮਾਰ ਰਹੇ ਨੇ? ਬਿਲਕੁਲ ਜੀ, ਇਸ ਵੀਕ ਜਿਹੜੀ ਡਾਇਮਲਰ ਕਾਰਪੋਰੇਸ਼ਨ ਹੈਗੀ ਆ, ਡਾਇਮਲਰ ਕੰਪਨੀ ਹੈਗੀ ਹੈ ਜਿਹੜੀ ਫਰੇਟ ਲਾਈਨਰ ਦੀ ਪੇਰੈਂਟ ਕੰਪਨੀ ਹੈਗੀ, ਉਹਨਾਂ ਨੇ ਜਿਹੜਾ ਫਰੇਟ ਲਾਈਨਰ ਹੈਗਾ ਇਲੈਕਟ੍ਰਿਕ ਟਰੱਕ ਉਹ ਲਾਂਚ ਕੀਤਾ ਹੈਗਾ, ਜਿਹਦੀ ਕਿ ਲਿਮਿਟ 250 ਮੀਲ ਦੀ ਹੈਗੀ ਆ। ਸੋ ਹੁਣ ਤੇ ਨਾਲ ਦੇ ਨਾਲ ਹੀ ਉਹਨਾਂ ਨੇ ਜਿਹੜਾ ਆਟੋਨਮਸ ਟਰੱਕ ਹੈਗਾ, ਜਿਹੜਾ ਡਰਾਈਵਰਲੈਸ ਟਰੱਕ ਹੈਗਾ, ਉਹਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਇਨਵੈਸਟਮੈਂਟ ਆ ਉਹ ਡਬਲ ਕਰ ਦਿੱਤੀ ਹੈ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਉਹ ਵੀ ਪੂਰੀ ਇਸ ਦੌੜ ਦੇ ਵਿੱਚ ਸ਼ਾਮਲ ਹੋ ਗਏ ਆ। ਤੇ ਜਿਹੜਾ ਇਹ ਟਰੱਕ ਇਲੈਕਟ੍ਰਿਕ ਟਰੱਕ ਕੱਢਿਆ ਹੈਗਾ, ਅਜੇ ਤੱਕ ਜਿਹੜਾ ਇਹਦੀ ਜਿਹੜੀ ਲਿਮਿਟ ਹੈਗੀ ਆ ਉਹ 250 ਮੀਲ ਦੀ ਹੈਗੀ ਆ। ਸੋ ਦੇਖਣ ਵਾਲੀ ਗੱਲ ਹੋਊਗੀ ਕਿ ਜਿਹੜਾ ਇਹ ਕਿੰਨੀ ਕੁ ਦੂਰ ਤੱਕ ਜਾਂਦਾ, ਕਿਉਂਕਿ ਜਿਹੜੇ ਇਹ ਟਰੱਕ ਹੈਗੇ ਜਿਹੜੇ ਹੁਣ ਲਾਂਚ ਹੋਏ ਆ ਜਿਹੜੇ ਫਰੇਟ ਲਾਈਨਰ ਦੇ, ਇਹ ਮੇਰੇ ਖਿਆਲ ਦੇ ਵਿੱਚ ਸਿਰਫ ਤੇ ਸਿਰਫ ਲੋਕਲ ਤੇ ਰੀਜਨਲ ਡਿਲੀਵਰੀ ਲਈ ਕੰਮ ਆ ਸਕਦੇ ਆ, ਕਿਉਂਕਿ ਲੌਂਗ ਹਾਲ ਦੇ ਵਿੱਚ 250 ਮੀਲ ਤੋਂ ਬਾਅਦ ਸਟਾਰਟ ਕਰਨਾ ਪਵੇ ਤਾਂ ਬੜਾ ਔਖਾ ਆ। ਸੋ ਜਿਹੜੇ ਲੋਕਲ ਕੰਟੇਨਰ ਵਰਕ ਲਈ ਆ ਜਾਂ ਉਹਦੇ ਕੰਮ ਲਈ ਆ ਇਹ ਹੋ ਸਕਦੇ ਆ। ਤੇ ਜਿਹੜਾ ਫਰੇਟ ਲਾਈਨਰ ਦਾ ਮੇਨ ਜਿਹੜਾ ਟਰੱਕ ਹੈਗਾ ਈ ਐਵੋਲੂਸ਼ਨ ਹੈਗਾ, ਉਹ 80% ਚਾਰਜ ਕਰਨ ਲਈ ਉਹਨੂੰ 90 ਮਿੰਟ ਲੱਗਦੇ ਆ। ਤੇ ਜਿਹੜਾ ਦੂਸਰਾ ਹੈਗਾ ਆ ਉਹਦਾ ਜਿਹੜਾ ਛੋਟਾ ਆਪਣਾ ਸਟ੍ਰੇਟ ਟਰੱਕ ਹੈਗਾ, ਉਹਨੂੰ ਚਾਰਜ ਕਰਨ ਨੂੰ 80% ਚਾਰਜ ਕਰਨ ਨੂੰ 60 ਮਿੰਟ ਲੱਗਦੇ ਆ। ਸੋ ਗੱਲ ਏਦਾਂ ਜੀ, ਇਹ ਜਿਹੜੀ ਇਸ ਵੇਲੇ ਦੌੜ ਲੱਗੀ ਪਈ ਹੈ ਇਲੈਕਟ੍ਰਿਕ ਦੀ ਜਾਂ ਕਿਸੇ ਇਸ ਕੰਮ ਦੀ, ਇਹਦੇ ਵਿੱਚ ਹੁਣ ਦੇਖਣ ਵਾਲੀ ਇਹ ਗੱਲ ਹੋਊਗੀ ਕਿ ਕਿਹੜਾ ਟਰੱਕ ਜਿਹੜਾ ਮੈਕਸਿਮਮ ਜਿਹੜਾ ਕਵਰੇਜ ਦਿੰਦਾ ਆ। ਸੋ ਇਸ ਵੇਲੇ ਤਾਂ ਜਿਹੜਾ ਸਾਰਿਆਂ ਨਾਲੋਂ ਵੱਧ ਜਿਹੜਾ ਦੂਰੀ ਵਾਲਾ ਟਰੱਕ ਹੈਗਾ ਉਹ ਨਿਕੋਲਾ 1 ਹੀ ਚੱਲ ਰਿਹਾ, ਜਿਹਦੀ ਕਿ ਰੇਂਜ 1200 ਮੀਲ ਹੈਗੀ ਆ। ਸੋ ਦੇਖਿਆ ਜਾਂਦਾ ਵੀ ਹੁਣ ਦੇਖਦੇ ਆ ਵੀ ਕਿੱਥੋਂ ਤੱਕ
ਕਿਉਂਕਿ ਮਾਰਕੀਟ ਦੋਨੋਂ ਡਿਫਰੈਂਟ ਹੈ, ਇੱਕ ਦੀ ਲੋਕਲ ਮਾਰਕੀਟ ਹੈ, ਇੱਕ ਦੀ ਲੌਂਗ ਹਾਲ ਮਾਰਕੀਟ ਹੈ। ਮਾਰਕੀਟ ਦੋਨੋਂ ਡਿਫਰੈਂਟ ਚੱਲ ਰਹੀਆਂ, ਸੋ ਦੋਨੋਂ ਮਾਰਕੀਟ ਦੇ ਵਿੱਚ ਦੇਖਣ ਵਾਲੀ ਗੱਲ ਰਹੂਗੀ ਵੀ ਕਿੰਨਾ ਕੁ ਇਹ ਅਸਰ ਕਰਦਾ। ਬਿਲਕੁਲ ਬਿਲਕੁਲ, ਇਹ ਦੇਖੋ ਵੱਡੀ ਚੀਜ਼ ਹੈ। ਜੇ ਦੇਖੋ ਜਿਹੜੀਆਂ ਰੈਗੂਲਰ ਜਿਹੜੀਆਂ ਕਹਿ ਲਓ ਵੀ ਡੀਜ਼ਲ ਵਾਲੇ ਟਰੱਕ ਵੀ ਜੇ ਇਸ ਵਾਲੇ ਪਾਸੇ ਨੂੰ ਉਹ ਵਾਲੀਆਂ ਕੰਪਨੀਆਂ ਵੀ ਆ ਰਹੀਆਂ ਆ, ਇਹਦਾ ਮਤਲਬ ਮਾਰਕੀਟ ਆਉਣ ਵਾਲੇ ਸਮੇਂ 'ਚ ਚੇਂਜ ਹੋਣੀ ਹੀ ਹੋਣੀ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਵੀ ਹਰ ਇੱਕ ਜਣਾ ਇਸ ਵਾਲੇ ਪਾਸੇ ਨੂੰ ਜੇ ਇੰਨੀਆਂ ਮਿਲੀਅਨਸ ਆਫ ਡਾਲਰ ਬਿਲੀਅਨਸ ਆਫ ਡਾਲਰ ਜੇ ਇਨਵੈਸਟ ਕਰ ਰਹੇ ਆ ਤਾਂ ਫਿਰ ਇਹ ਸੁਭਾਵਿਕ ਚੀਜ਼ ਆ ਵੀ ਇਹ ਚੇਂਜ ਆਊਗੀ। ਅਤੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਇਹ ਸਵਾਲ ਆ ਵੀ ਆਟੋਨੋਮਸ ਜਿਹੜੇ ਟਰੱਕ ਆ ਕਿੱਦਾਂ ਚੱਲ ਸਕਦੇ ਆ, ਵਿਦਆਊਟ ਡਰਾਈਵਰ ਕਿੱਦਾਂ ਹੋਊਗਾ। ਦੇਖੋ ਟੈਕਨੋਲੋਜੀ ਜਿਸ ਤਕਨੀਕ ਜਿੰਨੀ ਤੇਜ਼ੀ ਦੇ ਨਾਲ ਚੇਂਜ ਹੋ ਰਹੀ ਆ, ਕੁਛ ਨਹੀਂ ਕਿਹਾ ਜਾ ਸਕਦਾ ਵੀ ਆਉਣ ਵਾਲੇ 5 ਸਾਲਾਂ 'ਚ, ਆਉਣ ਵਾਲੇ 10 ਸਾਲਾਂ 'ਚ ਕਿ 15 ਸਾਲਾਂ 'ਚ ਕਿ ਉਹ ਤੋਂ ਵੀ ਜਲਦੀ ਜਿਹੜਾ ਆ ਇਹ ਕੰਮ ਜਿਹੜਾ ਹੋ ਜਾਵੇ। ਵਰਕਆਊਟ ਬਹੁਤ ਜ਼ਿਆਦਾ ਇਸ ਦੇ ਉੱਤੇ ਚੱਲ ਰਿਹਾ। ਟੈਸਲਾ, ਨਿਕੋਲਾ, ਫਰੇਟ ਲਾਈਨਰ, ਹੋਰ ਵੀ ਬਹੁਤ ਸਾਰੀਆਂ ਕੰਪਨੀਆਂ, ਊਬਰ ਵਾਲਿਆਂ ਦੀ ਜਿਹੜੀ ਆ ਉਹਨਾਂ ਨੇ ਆਪਣੀ ਜਿਹੜੀ ਕੰਪਨੀ ਲਾਈ ਹੋਈ ਆ। ਇਸ ਤੋਂ ਇਲਾਵਾ ਹੋਰ ਛੋਟੀਆਂ ਮੋਟੀਆਂ ਕੰਪਨੀਆਂ ਲਗਾਤਾਰ ਆਟੋਨੋਮਸ ਟਰੱਕਿੰਗ, ਇਲੈਕਟ੍ਰਿਕ ਟਰੱਕਿੰਗ ਦੇ ਉੱਤੇ ਜਿਹੜਾ ਆ ਉਹ ਜ਼ੋਰ ਪਾ ਰਹੀਆਂ ਨੇ। ਸੋ ਅਤੇ ਇਹ ਜਿਹੜੇ ਚੇਂਜ ਆ ਜਿਹੜੇ ਉਹ ਜ਼ਰੂਰ ਆ ਜਾਣੇ ਆ। ਅਤੇ ਇੱਕ ਹੋਰ ਰਮਨ ਜੀ ਮੈਂ ਗੱਲ ਜਿਹੜੀ ਪੜ੍ਹ ਰਿਹਾ ਸੀ, ਖਬਰ ਪੜ੍ਹ ਰਿਹਾ ਸੀ ਵੀ ਜਿਹੜਾ ਡਰਾਈਵਰਸ ਦਾ ਟਰਨ-ਓਵਰ ਆ ਉਹ ਕਹਿੰਦੇ 94% ਤੱਕ ਹੋ ਗਿਆ ਆ 2018 ਦੇ ਪਹਿਲੇ ਕੁਆਰਟਰ ਦੇ ਵਿੱਚ। ਬਿਲਕੁਲ ਜੀ ਬਿਲਕੁਲ, ਕਿਉਂਕਿ ਆ ਜਿਹੜੀ ਇੱਕ ELD ਦੇ ਆਉਣ ਕਰਕੇ ਤੇ ਜਿਹੜੇ ਡਰਾਈਵਰ ਆ ਇੱਕ ਕੰਪਨੀ ਤੋਂ ਛੱਡ ਕੇ ਦੂਸਰੀ ਕੰਪਨੀ 'ਚ ਜਾ ਰਹੇ ਆ, ਸੋ ਇਹ ਬੇਸਿਕਲੀ ਜਿਹੜਾ ਟਰਨਓਵਰ ਆ ਕਈ ਕੰਪਨੀਆਂ ਦਾ ਤਾਂ 100% ਟਰਨਓਵਰ ਹੈਗਾ ਆ ਕਿ ਉਹਨਾਂ ਨੇ ਆਪ ਦੇ ਵਿੱਚ 20 ਡਰਾਈਵਰ ਹਾਇਰ ਕੀਤੇ ਆ ਤੇ 20 ਡਰਾਈਵਰ ਹੀ ਦੂਜੇ ਬੰਨੇ ਛੱਡ ਕੇ ਗਏ ਆ, ਤੇ ਉਹ ਬੇਸਿਕਲੀ 100% ਟਰਨਓਵਰ ਹੈਗਾ। ਬਹੁਤ ਕੰਪਨੀਆਂ ਦਾ ਇਹ ਸਿਚੁਏਸ਼ਨ ਵੀ ਹੈਗੀ ਆ। ਸੋ ਜਿਹੜਾ ਹਾਈ ਟਰਨਓਵਰ ਆ ਇਹ ਇਸ ਹਲਚਲ ਆਉਣ ਦੇ ਕਰਕੇ ਜਿਹੜਾ ਸੀਗਾ ਇਹ ਜਿਹੜਾ ਕਿ ਪਹਿਲਾਂ ਵੀ ਇਸ ਇੰਡਸਟਰੀ ਦੇ ਵਿੱਚ ਜਿਹੜਾ ਟਰਨਓਵਰ ਆ ਉਹ ਕਾਫੀ ਹਾਈ ਹੁੰਦਾ ਆ, ਆਲਵੇਜ਼ ਹਾਈ ਹੁੰਦਾ, ਪਰ ਇੰਨਾ ਹਾਈ ਚਲੇ ਜਾਣ ਦਾ ਜਿਹੜਾ ਆ ਉਹ ਆਪਾਂ ELD ਦੇ ਜਿਹੜੇ ਕਾਨੂੰਨ ਆ ਉਹਨਾਂ ਦੇ ਉੱਤੇ ਕਿ ਕੰਪਨੀ ਨੂੰ ਇੱਕ ਕੰਪਨੀ ਦੇ ਵਿੱਚ ਜ਼ਿਆਦਾ ਪੈਸੇ ਮਿਲ ਰਹੇ ਆ ਜਾਂ ਇੱਧਰੋਂ ਉਹਨੂੰ ਕੁਝ ਜ਼ਿਆਦਾ ਬੈਨੀਫਿਟ ਮਿਲ ਰਹੇ ਆ। ਸੋ ਡਰਾਈਵਰ ਦੀ ਜਿਹੜੀ ਮੂਵਮੈਂਟ ਆ ਉਹ ਬਹੁਤ ਜ਼ਿਆਦਾ ਰਹੀ ਆ ਪਹਿਲੇ ਕੁਆਰਟਰ 'ਚ। ਡੈਫੀਨੇਟਲੀ ਜਿਹੜਾ ਇਹ ਪਹਿਲਾਂ ਹੀ ਇਹ ਚੀਜ਼ ਜਿਹੜੀ ਆ ਇਹ ਵਿਚਾਰੀ ਗਈ ਸੀ ਵੀ ਇਹ ਅਸਰ ਪਊਗਾ ਕਿ ਡਰਾਈਵਰ ਦੀ ਜਿਹੜੀ ਆ ਮੂਵਮੈਂਟ ਆ ਟਰਨਓਵਰ ਕਾਫੀ ਜ਼ਿਆਦਾ ਹੋਊਗੀ ਇਸ ਸਮੇਂ ਜੀ। ਤੇ ਤੁਹਾਨੂੰ ਕੀ ਲੱਗਦਾ ਕਦੋਂ ਤੱਕ ਤੁਹਾਨੂੰ ਅਨੁਮਾਨ ਆ ਵੀ ਇਹ ਜਿਹੜੀ ਥੋੜੀ ਸਥਿਰਤਾ ਆਊਗੀ ਕਿ ਹਮੇਸ਼ਾ ਹੀ ਇਦਾਂ, ਕਿਉਂਕਿ ਡਰਾਈਵਰ ਦੀ ਸ਼ਾਰਟੇਜ ਤਾਂ ਆਪਾਂ ਨੂੰ ਪਤਾ ਵੀ ਲਗਾਤਾਰ ਵੱਧ ਹੀ ਰਹੀ ਆ, ਉਹ ਘੱਟ ਨਹੀਂ ਰਹੀ, ਤੇ ਇਹ ਟਰਨਓਵਰ ਕਿਤੇ ਘਟਣ ਦੇ ਅਨੁਮਾਨ ਆ ਕਿ ਰੋਜ਼ ਹੀ ਕਹਿ ਲਓ ਵੀ ਕੰਪਨੀਆਂ ਨੂੰ ਨਵਾਂ ਡਰਾਈਵਰ ਲੱਭਣ ਦੀ ਜਿਹੜੀ ਜ਼ਰੂਰਤ ਪਈ ਰਹਿਣੀ ਹੈ? ਦੇਖੋ ਜੀ ਇਹ ਇਸੇ ਕਰਕੇ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ, ਮੈਜੋਰਟੀ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਨੇ ਆਪਣੇ ਡਰਾਈਵਿੰਗ ਸਕੂਲ ਖੋਲ੍ਹੇ ਆ। ਸੋ ਉਹਨਾਂ ਦੀ ਓਪਨਿੰਗ, ਉਹਨਾਂ ਦੀ ਹਾਇਰਿੰਗ ਆਲਵੇਜ਼ 24/7 365 ਡੇਜ਼ ਚੱਲਦੀ ਰਹਿੰਦੀ ਆ, ਕਿਉਂਕਿ ਹਾਈ ਟਰਨਓਵਰ ਹੋਣ ਕਰਕੇ ਹਰੇਕ ਜਿਹੜੀ ਕੰਪਨੀ ਆ ਉਹ ਆਪਣਾ ਡਰਾਈਵਰ, ਆਪਣਾ ਜਿਹੜਾ ਇੰਪਲੋਈ ਸੈਟਅਪ ਆ ਉਹ ਤਿਆਰ ਕਰਕੇ ਰੱਖਦੀ ਆ, ਬੈਕਅਪ ਤਿਆਰ ਕਰਕੇ ਰੱਖਦੀ ਆ ਕਿ ਜਿਹੜੇ ਉਹ ਪਤਾ ਹਰ ਇੱਕ ਨੂੰ ਕਿ ਇੰਪਲੋਈ ਜਿਹੜੇ ਆ ਇਹ ਮੂਵ ਹੁੰਦੇ ਆ, ਬਦਲਦੇ ਰਹਿੰਦੇ ਆ, ਚੱਲਦੇ ਰਹਿੰਦੇ ਆ। ਸੋ ਇਸ ਕਰਕੇ ਇਹਦੇ ਵਿੱਚ ਛੇਤੀ ਤਾਂ ਇਹਦੇ ਵਿੱਚ ਕੋਈ ਚੇਂਜ ਆਉਣ ਦੀ ਆਸ ਲੱਗਦੀ ਨਹੀਂ। ਤੇ ਬਾਕੀ ਦੂਸਰੀ ਗੱਲ ਹੈਗੀ ਆ ਕਿ ਸਥਿਰਤਾ ਜਿਹੜੀ ਆ ਉਹ ਦੇਖੋ ਮੇਰੇ ਖਿਆਲ 2019 ਦੀ ਦਸੰਬਰ ਜਿਹੜੀ ਆ ਫਾਈਨਲ ਡੇਟ ਹੈਗੀ, ਉਸ ਤੋਂ ਬਾਅਦ ਸਾਰੇ ELD ਦੇ ਥੱਲੇ ਹੈਗੇ ਆ। ਸੋ ਉਦੋਂ ਤੱਕ ਦੇਖੋ ਕੀ ਅਸਰ ਪੈਂਦਾ ਹੈਗਾ। ਠੀਕ ਹੈ ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਹੁਣ ਗੱਲ ਕਰੀਏ ਵੀ ਜਿਹੜੀ ਇੱਕ ਸਪੈਂਡਿੰਗ ਬਿੱਲ, DOT ਦਾ ਜਿਹੜਾ ਸਪੈਂਡਿੰਗ ਬਿੱਲ ਆ ਉਹ ਉਸ ਦੇ ਵਿੱਚ ਜਿਹੜੀ ਸੈਨੇਟ ਆ ਉਸ ਨੇ ਜਿਹੜਾ ELD ਦੇ ਵਿੱਚ ਕਾਨੂੰਨ ਲਾਗੂ ਹੋਣ ਤੋਂ ਬਾਅਦ ਦੇ ਵਿੱਚ ਕੁਝ ਐਗਜ਼ੈਂਪਸ਼ਨਸ ਦਿੱਤੀਆਂ ਸੀ, ਜਿੱਦਾਂ ਲਾਈਵ ਸਟਾਕ ਜਿਹੜੇ ਹੌਲਰ ਸੀਗੇ ਉਹਨਾਂ ਦੀ ਕਹਿੰਦੇ ਐਗਜ਼ੈਂਪਸ਼ਨਸ ਜਿਹੜੀਆਂ ਓਮਿਟ ਕਰਨ ਜਾ ਰਹੇ, ਉਸ ਦੇ ਵਿੱਚੋਂ ਕੱਢਣ ਜਾ ਰਹੇ ਸਪੈਂਡਿੰਗ ਬਿੱਲ ਦੇ ਵਿੱਚ। ਹੋਰ ਕੀ ਕੀ ਇਸ ਪੂਰੀ ਬਿੱਲ ਦੇ ਵਿੱਚ ਹੈਗਾ, ਜ਼ਰੂਰ ਜਾਣਕਾਰੀ ਦਿਓ। ਹਾਂਜੀ, ਇਹਦੇ ਵਿੱਚ ਜਿਹੜਾ ਜੀ ਇਹ DOT ਸਪੈਂਡਿੰਗ ਬਿੱਲ ਹੈਗਾ, ਇਹ ਇੱਕ ਵਾਰੀ ਸਾਰੇ ਸਾਲ ਦੇ ਵਿੱਚ ਜਿਹੜਾ ਜਦੋਂ ਪਾਸ ਹੁੰਦਾ ਆ ਨੈਕਸਟ ਈਅਰਲੀ, ਤੇ ਇਹਦੇ ਵਿੱਚ ਕਈ ਜਿਹੜੀਆਂ ਅਮੈਂਡਮੈਂਟਸ ਕਰ ਦਿੱਤੀਆਂ ਜਾਂਦੀਆਂ, ਅਮੈਂਡਮੈਂਟਸ ਨਾਲ ਜੋੜ ਦਿੱਤੀਆਂ, ਜਿਨ੍ਹਾਂ ਨੂੰ ਆਪਾਂ ਆਮ ਲੈਂਗੁਏਜ 'ਚ ਰਾਈਡਰ ਕਹਿ ਲੈਂਦੇ ਹਾਂ, ਪਾਲਿਸੀ ਦੇ ਵਿੱਚ ਰਾਈਡਰ ਪਾਤਾ। ਤੇ ਉਹ ਇਸ ਤਰ੍ਹਾਂ ਕਿ ਸਾਰੇ ਕਾਨੂੰਨ ਨੂੰ ਚੇਂਜ ਕਰਨ ਦੀ ਬਜਾਏ ਇੱਕ ਕੁਝ ਛੋਟੀ ਜਿਹੀ ਚੇਂਜ ਨਾਲ ਰਾਈਡਰ ਜੋੜਤਾ ਵੀ ਚਲੋ ਆਹ ਕਰ ਦੋ, ਹੈ ਨਾ, ਵੀ ਹੁਣ ਸਾਰਾ ELD ਕਾਨੂੰਨ ਚੇਂਜ ਕਰਨਾ, ਇੱਕ ਸਿਰਫ ਐਗ ਹਾਲਰ ਨੂੰ ਜਾਂ ਲਾਈਫ ਸਟਾਕ ਹਾਲਰ ਨੂੰ ਇੱਕ ਚੇਂਜ ਦੇਣੀ ਆ। ਸੋ ਇੱਕ ਰਾਈਡਰ ਉਹਨਾਂ ਨੇ ਕਰਤਾ ਵੀ ਆਹ ਜਿਹੜੀ ਚੇਂਜ ਆ ਇਹ ਲਾ ਦਿਓ, ਹੈ ਨਾ। ਸੋ ਇੱਦਾਂ ਹੀ ਇਹ ਜਿਹੜੀ ਇੱਕ ਚੇਂਜ ਸੀ ਲਾਈਫ ਸਟਾਕ ਹਾਲਰਸ ਦੀ ਜਿਹੜੀ
ਮੰਗ ਚੱਲ ਰਹੀ ਸੀਗੀ ਇਹਦੇ ਬਾਰੇ ਦੇ ਵਿੱਚ, ਉਹ ਉਹਨਾਂ ਨੇ ਜਿਹੜੀ ਆ ਉਹ ਓਮਿਟ ਕਰਤੀ, ਉਹਨੂੰ ਕੱਢ ਦਿੱਤਾ, ਉਹਦੇ ਵਿੱਚੋਂ ਨਹੀਂ ਪਾਸ ਕੀਤਾ ਉਹਨਾਂ ਨੇ, ਸੈਨੇਟ ਨੇ। ਤੇ ਨਾਲ ਦੇ ਨਾਲ ਹੀ ਜਿਹੜੀ ਡੈਨਮ ਅਮੈਂਡਮੈਂਟ ਸੀਗੀ, ਇਹ ਕਾਫੀ ਜਿਹੜਾ ਡੈਨਮ ਅਮੈਂਡਮੈਂਟ ਸੀ, ਇੱਥੇ ਕਾਫੀ ਨਜ਼ਰਾਂ ਸੀਗੀਆਂ ਇਸ ਵੇਲੇ ਕਿ ਜਿਹੜੀ ਆਪਣੀ ਹੈਗੀ ਆ ਸਟੇਟਸ ਨੂੰ ਬਲੌਕ ਕਰਦੀ ਹੈ ਐਨਫੋਰਸਿੰਗ ਫਰੋਮ ਮੀਲ ਐਂਡ ਰੈਸਟ ਬ੍ਰੇਕ ਲਾ। ਇਹ ਜਿਹੜੀ ਅਮੈਂਡਮੈਂਟ ਸੀਗੀ ਡੈਨਮ ਮਿਸਟਰ ਡੈਨਮ ਵੱਲੋਂ ਕੀਤੀ ਗਈ, ਉਹ ਵੀ ਜਿਹੜੀ ਆ ਉਹਨਾਂ ਨੇ ਓਮਿਟ ਕਰਤੀ, ਉਹ ਵੀ ਕੱਢਤੀ ਆ। ਸੋ ਹੁਣ ਇਸ ਵੇਲੇ ਬਿੱਲ ਜਿਹੜਾ ਆ ਉਹ ਸੈਨੇਟ ਤੋਂ ਹਾਊਸ ਵੱਲ ਚਲਾ ਗਿਆ, ਤੇ ਦੇਖਦੇ ਆ ਕਿ ਹਾਊਸ ਵਾਲੇ ਇਹਦੇ ਬਾਰੇ ਦੇ ਵਿੱਚ ਕੀ ਜਿਹੜੀ ਆ ਕਰਦੇ ਤੇ ਕੀ ਗੱਲ ਕਰਦੇ। ਜੀ ਜੀ ਬਿਲਕੁਲ। ਸੋ ਕਾਫੀ ਚੇਂਜਿਸ ਜਿਹੜੇ ਆ ਉਹ ਕਾਫੀ ਤਾਂ ਨਹੀਂ, ਜਦੋਂ ਥੋੜ੍ਹੇ ਜਿਹੇ ਜਿਹੜੀ ਐਗਜ਼ੈਂਪਸ਼ਨ ਸੀਗੀਆਂ ਜਿਹੜੀਆਂ ਉਹ ਵਾਪਸ ਲਈਆਂ ਜਾ ਰਹੀਆਂ। ਸੋ ਕਿਤੇ ਨਾ ਕਿਤੇ ਇੱਦਾਂ ਲੱਗ ਰਿਹਾ ਵੀ ਜਿਹੜੀ FMCSA ਵੀ ਆ ਜਾਂ DOT ਵੀ ਆ, ਪਹਿਲਾਂ ਲੋਕਾਂ ਨੂੰ ਥੋੜ੍ਹਾ ਸ਼ਾਂਤ ਕਰਨ ਲਈ ਇੱਕ ਅੱਧੀ ਐਗਜ਼ੈਂਪਸ਼ਨ ਜਿਹੜੀ ਉਹ ਜ਼ਰੂਰੀ ਆ, ਅਤੇ ਹੁਣ ਇਹ ਸਪੈਂਡਿੰਗ ਬਿੱਲ ਦੇ ਜ਼ਰੀਏ ਹੌਲੀ ਹੌਲੀ ਉਹ ਜਿਹੜੀਆਂ ਐਗਜ਼ੈਂਪਸ਼ਨਸ ਲਾਈਆਂ ਆ ਉਸ ਨੂੰ ਜਿਹੜੀਆਂ ਉਹ ਬਾਹਰ ਓਮਿਟ ਜਿਹੜੀਆਂ ਆ ਉਹ ਕਰ ਰਹੀਆਂ ਆ। ਸੋ ਇਹ ਜਿਹੜਾ ਡੈਨਮ ਅਮੈਂਡਮੈਂਟ ਦੇ ਵਿੱਚ ਜਿਹੜਾ ਇਹੀ ਚੀਜ਼ ਸੀਗੀ ਵੀ ਜਿਹੜਾ ਫੈਡਰਲ ਦਾ ਕਾਨੂੰਨ ਆ ਉਹ ਹਰ ਇੱਕ ਦੇ ਉੱਤੇ ਲਾਗੂ ਰਹਿਣਾ ਆ, ਸਟੇਟ ਜਿਹੜਾ ਉਹ ਸੁਪਰਸੀਡ ਨਹੀਂ ਕਰ ਸਕਦੀਆਂ, ਅਤੇ ਕੀ ਸਟੇਟਸ ਦੇ ਕੋਲ ਹੁਣ ਆਪਣਾ ਜਿਹੜਾ ਪਾਵਰ ਵਾਪਸ ਆਊਗੀ ਕਿ ਇਸ ਤੋਂ ਉਲਟ ਗੱਲ ਹੈਗੀ ਆ? ਨਹੀਂ ਜੀ ਨਹੀਂ, ਇਹ ਜਿੱਦਾਂ ਕਿ ਹੁਣ ਆਪਾਂ ਕੈਲੀਫੋਰਨੀਆ ਦੀ ਗੱਲ ਕਰ ਲਈਏ, ਕੈਲੀਫੋਰਨੀਆ ਦੇ ਵਿੱਚ ਆਪਣਾ ਮੀਲ ਐਂਡ ਰੈਸਟ ਬ੍ਰੇਕ ਦਾ ਲਾਅ ਹੈਗਾ ਆ। ਜੀ ਜੀ। ਮੀਲ ਟਾਈਮ ਹੈਗਾ ਯਾਰ 8 ਘੰਟੇ ਬਾਅਦ ਅੱਧੇ ਘੰਟੇ ਦੀ ਬ੍ਰੇਕ ਜਿਹੜੀ ਹੈਗੀ ਆ। ਸੋ ਉਹ ਲਾਅ ਜਿਹੜਾ ਆ ਉਹ ਸਟੇਟ ਦਾ ਲਾਅ ਆ, ਉਹ ਫੈਡਰਲ ਲਾਅ ਨਹੀਂ ਹੈਗਾ। ਸੋ ਜੇ ਤੁਸੀਂ ਦੂਜੀ ਚਲੇ ਜਾਂਦੇ ਆ ਤੇ ਉਹ ਲਾਅ ਤੁਹਾਡੇ ਨਹੀਂ ਲਾਗੂ ਹੁੰਦਾ, ਤੇ ਜੇ ਤੁਸੀਂ ਕੈਲੀਫੋਰਨੀਆ ਜਾਉਂਦੇ ਆ, ਕੈਲੀਫੋਰਨੀਆ 'ਚ ਚੱਲਦੇ ਆ ਤੇ ਉਹ ਲਾਅ ਤੁਹਾਡੇ ਤੇ ਲਾਗੂ ਹੁੰਦਾ ਹੈ। ਉਸ ਤੋਂ ਬਾਅਦ ਜਿਹੜਾ ਇਹਨਾਂ ਦੇ ਵਿੱਚ ਮੇਜਰ ਇਹ ਚੀਜ਼ ਹੈ ਕਿ ਇਹ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰਾ ਇੱਕੋ ਹੀ ਲਾਅ ਹੋਵੇ, ਫੈਡਰਲ ਦਾ ਲਾਅ ਹੋਵੇ, ਜੋ ਫੈਡਰਲ ਚੋਂ ਬਣਿਆ ਆ ਟਰਾਂਸਪੋਰਟੇਸ਼ਨ ਲਈ, ਕਿਉਂਕਿ ਜਿਹੜਾ ਇੰਟਰਸਟੇਟ ਟਰਾਂਸਪੋਰਟੇਸ਼ਨ ਹੈ ਜਿਹੜੀ ਸਟੇਟ ਪੂਰੀ ਯੂਨਾਈਟਿਡ ਸਟੇਟਸ 'ਚ ਜਿਹੜੀ ਕੰਮ ਚੱਲਦਾ, ਉਹਦੇ ਲਈ ਇੱਕ ਲਾਅ ਹੋਣਾ ਚਾਹੀਦਾ। ਸੁਪਰਸੀਡ ਜਿਹੜੀਆਂ ਸਟੇਟਸ ਆ ਉਹਨਾਂ ਦਾ ਆਪਣਾ ਆਪਣਾ ਡਿਫਰੈਂਟ ਲਾਅ ਨਾ ਹੋਵੇ ਇਹਦੇ ਬਾਰੇ ਦੇ ਵਿੱਚ। ਇਹ ਬਾਰੇ ਦੇ ਵਿੱਚ ਡੈਨਮ ਅਮੈਂਡਮੈਂਟ ਜਿਹੜੀ ਸੀਗੀ ਇਹ ਪਾਈ ਗਈ ਸੀਗੀ। ਸੋ ਦੇਖੋ ਕੀ ਅਸਰ ਹੁੰਦਾ ਇਹਦਾ, ਕਿਉਂਕਿ ਕਾਫੀ ਜ਼ਿਆਦਾ ਇਹ ਜਿਹੜੀ ਆ ਗ੍ਰੇ ਏਰੀਆ ਬਣ ਜਾਂਦਾ ਆ, ਸਿਚੁਏਸ਼ਨ ਕਾਫੀ ਜਿਹੜੀ ਆ ਇਹ ਮਤਲਬ ਕਿ ਜਿੱਦਾਂ ਕਹਿ ਲਓ ਵੀ ਕੈਲੀਫੋਰਨੀਆ ਦੇ ਵਿੱਚ ਜੇ ਤੁਸੀਂ ਟਰੱਕ ਚਲਾਉਂਦੇ ਆ ਤੇ ਕਾਫੀ ਤੁਹਾਨੂੰ ਰੂਲ ਐਂਡ ਰੈਗੂਲੇਸ਼ਨ ਜਿਹੜੇ ਤੁਹਾਡੇ ਇੱਥੇ ਚੇਂਜ ਹੋ ਜਾਂਦੇ ਆ। ਜੀ ਜੀ ਬਿਲਕੁਲ। ਤੇ ਹਾਂਜੀ, ਇੱਕ ਹੋਰ ਗੱਲ ਮੈਂ ਜਿਹੜੀ ਕਰਨੀ ਚਾਹੁੰਦਾ ਅੱਜ ਖਾਸ ਕਰਕੇ ਆਪਣੇ ਪ੍ਰੋਗਰਾਮ ਦੇ ਥਰੂ, ਕਿ ਇੱਕ ਜਿਹੜਾ ਐਗ ਹਾਊਲਰ ਐਗਜ਼ੈਂਪਸ਼ਨ ਆ, ਜਿਹੜੀ ਪ੍ਰੋਡਿਊਸ ਹਾਊਲਰ ਐਗਜ਼ੈਂਪਸ਼ਨ ਆ, ਉਹ ਪਲੀਜ਼ ਇੱਕ ਚੀਜ਼ ਮੈਨੂੰ ਕੱਲ ਵੀ ਬਹੁਤ ਜ਼ਿਆਦਾ ਇਹ ਮਤਲਬ ਕਿ ਸੁਣਨ ਨੂੰ ਮਿਲਿਆ ਕਿ ਉਹ ਆਪਣੇ ਜਿਹੜੇ ਟਰੱਕ ਆ ਉਹਨਾਂ ਦੇ ਉੱਤੇ ਲਾਗੂ ਹੁੰਦੀ ਆ 150 ਮੀਲ ਤੋਂ ਬਾਅਦ ਜਾ ਕੇ ELD ਚਲਾਉਣੀ ਪਊਗੀ, ਇੱਦਾਂ ਉੱਦਾਂ, ਮਤਲਬ ਕਿ ਹਰ ਇੱਕ ਨੇ ਲਾਅ ਨੂੰ ਆਪਣੇ ਹਿਸਾਬ ਦੇ ਨਾਲ ਇੰਟਰਪ੍ਰੇਟ ਕੀਤਾ ਆ। ਸੋ ਪਲੀਜ਼ ਇਹ ਜਿਹੜਾ ਐਗ ਹਾਊਲਰ ਦਾ ਜਿਹੜਾ ਲਾਅ ਹੈਗਾ, ਜਿਹੜੀ ਆਪਣੀਆਂ ਐਗਜ਼ੈਂਪਸ਼ਨ ਆਈ ਆ, ਇਹ ਸਾਡੇ ਪ੍ਰੋਡਿਊਸ ਵਾਲੇ ਟਰੱਕਾਂ ਦੇ ਉੱਤੇ ਇਹ ਐਪਲੀਕੇਬਲ ਨਹੀਂ ਹੁੰਦੀ। ਸੋ ਪਲੀਜ਼ ਇਸ ਚੀਜ਼ ਨੂੰ ਸਾਰੇ ਜਾਣੇ ਬਹੁਤ ਧਿਆਨ ਨਾਲ ਸੁਣੋ। ਆਪਾਂ ਇੱਕ ਦੂਜੇ ਨੂੰ ਸਲਾਹ ਦੇ ਕੇ, ਮੈਨੂੰ ਕੱਲ ਬਹੁਤ ਜ਼ਿਆਦੀਆਂ ਇਹਦੇ ਉੱਤੇ ਮੈਨੂੰ ਈਮੇਲਸ ਆਈਆਂ, ਮੈਨੂੰ ਸਾਰਾ ਕੁਝ ਆਇਆ ਵੀ ਆਹ ਦੇਖੋ ਆਹ ਇਹ 'ਚ ਨਿਊਜ਼ 'ਚ ਗਿਆ। ਮੈਂ ਕਿਹਾ ਵੀ ਨਿਊਜ਼ ਨੂੰ ਸਾਰੀ ਪੜ੍ਹੋ, ਤੁਸੀਂ ਇੱਕ ਲਾਈਨ ਨੂੰ ਪੜ੍ਹ ਕੇ ਤੇ ਤੁਸੀਂ ਕਹਿੰਦੇ ਵੀ ਸਾਡੇ ਤੇ ਲਾਗੂ ਹੋ ਗਈ, ਉਹ ਇੱਕ ਲਾਈਨ ਨੂੰ ਛੱਡ ਕੇ ਸਾਰੀ ਨਿਊਜ਼ ਨੂੰ ਪੜ੍ਹ ਕੇ ਦੇਖੋ ਸਾਰੀ ਨਿਊਜ਼ ਕੀ ਕਹਿੰਦੀ ਆ। ਸੋ ਸਾਰੀ ਨਿਊਜ਼ ਜਦੋਂ ਪੜ੍ਹ ਤੇ ਉਹਦੇ ਵਿੱਚ ਉਹਨਾਂ ਨੇ ਈਵਨ ਜਿਹੜਾ ਨਿਊਜ਼ ਦੇਣ ਵਾਲੇ ਉਹਨਾਂ ਨੂੰ ਵੈਸਟਰਨ ਗਰੋਅਰਜ਼ ਐਸੋਸੀਏਸ਼ਨ ਨੇ ਇੰਨੀ ਗੱਲ ਵੀ ਵਿੱਚ ਲਿਖੀ ਹੈ ਕਿ ਅਜੇ ਅਸੀਂ ਲੈਂਗੁਏਜ ਪੜ੍ਹ ਰਹੇ ਹਾਂ, ਸਾਨੂੰ ਖੁਦ ਨੂੰ ਪਤਾ ਨਹੀਂ ਵੀ ਐਕਚੁਅਲੀ ਕਿੱਥੇ ਲਾਗੂ ਹੁੰਦਾ, ਤੇ ਆਪਣੇ ਬੰਦੇ ਉਹਨੂੰ ਇੰਟਰਪ੍ਰੇਟ ਕਰਕੇ ਆਪਣੇ ਤੇ ਲਾਗੂ ਵੀ ਕਰਨ ਲੱਗ ਪਏ। ਸੋ ਇਹ ਚੀਜ਼ ਜਿਹੜੀ ਆ ਇਹ ਬੜੀ ਸੋਚਣ ਵਾਲੀ ਆ ਕਿ ਇਹ ਜਿਹੜਾ ਲਾਅ ਆ ਐਗ ਹਾਊਲਰ ਦਾ ਜਾਂ ਐਗ ਐਗਜ਼ੈਂਪਸ਼ਨ ਜਿਹੜੀ ਆਈ ਆ, ਇਹ ਸਾਡੇ ਜਿਹੜਾ ਕਾਮਨ ਟਰੱਕਿੰਗ ਅਸੀਂ ਕਰਦੇ ਆ ਇਹ ਸਾਡੇ ਤੇ ਲਾਗੂ ਨਹੀਂ ਹੁੰਦੀ, ਇਹ ਫਾਰਮ ਵਹੀਕਲ ਤੇ ਲਾਗੂ ਹੁੰਦੀ ਆ, ਜਿਹੜੇ ਖੇਤਾਂ ਚੋਂ ਪ੍ਰੋਡਿਊਸ ਚੱਕ ਕੇ ਪੈਕਿੰਗ ਹਾਊਸ ਤੱਕ ਲਿਆਉਂਦੇ ਆ, ਪੈਕਿੰਗ ਹਾਊਸ ਤੋਂ ਖੇਤਾਂ ਵੱਲ ਆਪਣਾ ਦੂਜਾ ਸਮਾਨ ਲੈ ਕੇ ਜਾਂਦੇ ਆ, ਜਾਂ ਸ਼ਹਿਰੋਂ ਟਰੈਕਟਰ ਚੁੱਕ ਕੇ ਉਹਨਾਂ ਨੇ ਜਾਣਾ ਆ ਖੇਤਾਂ ਤੱਕ, ਇਹ ਉਹਨਾਂ ਲਈ ਲਾਗੂ ਹੁੰਦੀ ਆ। ਇਹ ਸਾਡੇ ਕੰਮ ਤੇ ਜਿਹੜਾ ਕਿੱਤਾ ਅਸੀਂ ਕਰਦੇ ਉੱਤੇ ਲਾਗੂ ਨਹੀਂ ਹੁੰਦੀ। ਸੋ ਪਲੀਜ਼ ਇਸ ਚੀਜ਼ ਨੂੰ ਬੜੇ ਧਿਆਨ ਦੇ ਨਾਲ, ਬੜੇ ਸਮਝਦਾਰੀ ਨਾਲ ਦੇਖੋ। ਤੇ ਬਾਕੀ ਅੱਗੇ ਰਾਤ ਜਿਹੜੀ ਹੋਰ ਇੱਕ ਗੱਲ ਕਰਨ ਵਾਲੀ ਆ, ਜਿਹੜਾ ਇਸ ਵੇਲੇ ਜਿਹੜਾ ਲਾਅ ਇਸ ਵੇਲੇ ਸੁਪਰੀਮ ਕੋਰਟ, ਕੈਲੀਫੋਰਨੀਆ ਦੀ ਸੁਪਰੀਮ ਕੋਰਟ ਨੇ ਕਹਿ ਦਿੱਤਾ ਆ ਕਿ ਇਹ ਜਿਹੜੀ ਮਿਸ ਕਲਾਸੀਫਿਕੇਸ਼ਨ ਕੀਤੀ ਗਈ ਆ
ਜਿਹੜਾ ਪਿੱਛੇ ਜੇ 2 ਮਹੀਨੇ ਹੋਏ ਆ ਸੁਪਰੀਮ ਕੋਰਟ ਨੇ ਐਲਾਨ ਕੀਤਾ ਸੀਗਾ। ਸੋ ਉਸ ਲਾਅ ਦੇ ਤਹਿਤ ਇਸ ਵੇਲੇ ਕਾਫੀ ਗਰਮ ਕੰਮ ਚੱਲ ਰਿਹਾ, ਕਾਫੀ ਜਿਹੜੀ ਹੱਦ ਤੱਕ ਪ੍ਰੋਬਲਮ ਆਈ ਪਈ ਆ। ਸੋ ਆਪਣੀਆਂ ਕੰਪਨੀਆਂ ਨੂੰ ਇਹ ਹਦਾਇਤ ਆ ਕਿ ਜੇ ਤੁਸੀਂ ਕੋਈ ਵੀ ਆਪਣੀ ਮਿਸ ਕਲਾਸੀਫਿਕੇਸ਼ਨ ਦੇ ਅੰਡਰ ਚੱਲ ਰਹੇ ਆ ਜਾਂ ਡਰਾਈਵਰ ਨੂੰ 1099 ਦੇ ਰਹੇ ਆ, ਸੋ ਇਹ ਕਾਫੀ ਡੇਂਜਰਸ ਸਿਚੁਏਸ਼ਨ ਹੈਗੀ ਆ। ਇਸ ਵੇਲੇ ਗਵਰਨਮੈਂਟ ਜਿਹੜੀ ਆ ਇਹਨੂੰ ਕਾਫੀ ਨਜ਼ਦੀਕੀ ਨਾਲ ਦੇਖ ਰਹੀ ਆ। ਇਹਨਾਂ ਨੂੰ ਮਤਲਬ ਕਿ ਇਹਨਾਂ ਤੇ ਅਪੀਲਾਂ ਹੋ ਰਹੀਆਂ, ਸਾਰਾ ਕੁਝ ਹੋ ਰਿਹਾ, ਚੱਲ ਰਿਹਾ। ਸੋ ਇਹ ਇੱਕ ਬਹੁਤ ਕਲੋਜ਼ਲੀ ਦੇਖਣ ਵਾਲੀ ਚੀਜ਼ ਹੈ ਇਸ ਵੇਲੇ ਸਾਰਿਆਂ ਲਈ। ਜੀ 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 ਜਿਹੜੀ ਇੰਪਲੋਇਰ ਵਾਲਾ ਤੇ ਇੰਡੀਪੈਂਡੈਂਟ ਕੰਟਰੈਕਟਰ ਵਾਲੀ ਜਿਹੜਾ ਪਿਛਲੇ ਦਿਨਾਂ 'ਚ ਉਹਨਾਂ ਨੇ ਡਿਸੀਜਨ ਸੁਪਰੀਮ ਕੋਰਟ ਨੇ ਦਿੱਤਾ ਸੀ ਉਸ ਨੂੰ ਲੈ ਕੇ ਜੀ। ਅਤੇ ਨਾਲ ਹੀ ਰਮਨ ਜੀ ਹੁਣ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਸਮਾਪਤ ਆ ਅਤੇ ਆਪਾਂ ਆਪਣੇ ਜਿਹੜੇ ਸਰੋਤਿਆਂ ਨੂੰ ਅਗਲੀ ਜਿਹੜੀ ਸ਼ਨੀਚਰਵਾਰ ਨੂੰ ਫਿਰ ਮਿਲਾਂਗੇ। ਉਦੋਂ ਤੱਕ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ, ਬੜੀ ਮਿਹਰਬਾਨੀ ਇਹਨਾਂ ਖਬਰਾਂ ਦੇ ਬਾਰੇ, ਇਸ ਇੰਡਸਟਰੀ ਦੇ ਜਿਹੜੇ ਚੱਲ ਰਹੇ ਲਾਜ਼ ਆ ਜਾਂ ਚੇਂਜ ਜਿਹੜੇ ਹੋ ਰਹੇ ਉਸ ਦੇ ਬਾਰੇ ਜਾਣਕਾਰੀ ਦੇਣ ਲਈ। ਬਹੁਤ ਸਾਰੇ ਸਰੋਤੇ ਕਈ ਦੀ ਪੁੱਛਦੇ ਆ ਵੀ ਕਈ ਦੀ ਜਿਹੜੇ ਲਾਜ਼ ਆ ਉਹਨਾਂ ਦੀ ਸਾਨੂੰ ਸਮਝ ਨਹੀਂ ਆਉਂਦੀ। ਸੋ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਵੱਧ ਤੋਂ ਵੱਧ ਜਿਹੜੇ ਉਸ ਦੇ ਬਾਰੇ ਸਮਝਾਉਣ ਦੇ ਲਈ ਵੀ। ਬਾਕੀ ਦੇਖੋ ਉਹ ਵੀ ਇਹ ਕਹਿੰਦੇ ਆ ਵੀ ਡੈਫੀਨੇਟਲੀ ਉਹ ਸਮਝਦੇ ਨੇ ਜਿਹੜਾ ਲੈਂਗੁਏਜ ਬੈਰੀਅਰ ਜਿਹੜਾ ਆ ਉਹ ਹੋ ਸਕਦਾ ਆ। ਜੇ ਉਹਨਾਂ ਨੂੰ ਅਪੀਲ ਕਰੋ, ਦੇਖੋ ਸ਼ਾਇਦ ਤੁਹਾਡੀ ਬੋਲੀ ਦੇ ਵਿੱਚ ਕਰਨ, ਪਰ ਚਾਂਸਿਸ ਘੱਟ ਆ ਕਿਉਂਕਿ ਕਹਿੰਦੇ ਵੀ ਤੁਸੀਂ ਟੈਸਟ ਵੀ ਤਾਂ ਅੰਗਰੇਜ਼ੀ ਦੇ ਵਿੱਚ ਹੀ ਜਿਹੜੇ ਦੇ ਕੇ ਇੱਥੇ ਪਹੁੰਚੇ ਹੋ। ਸੋ ਬਾਕੀ ਅਸੀਂ ਆਪਣੇ ਵੱਲੋਂ ਜਿਹੜੀ ਆ ਤੁਹਾਨੂੰ ਕੋਸ਼ਿਸ਼ ਆ ਉਹ ਕਰ ਰਹੇ ਹਾਂ ਵੀ ਵੱਧ ਤੋਂ ਵੱਧ ਤੁਹਾਨੂੰ ਜਿਹੜੀ ਜਾਣਕਾਰੀ ਆ ਉਹ ਅਸੀਂ ਹਮੇਸ਼ਾ ਹੀ ਦਿੰਦੇ ਰਹੀਏ। ਬਿਲਕੁਲ ਜੀ ਬਿਲਕੁਲ। ਤੇ ਜਾਂਦੇ ਮੈਂ ਕਹਿ ਦੂੰਗਾ ਕਿ ਜੁਆਇਨ ਕਰੋ gonapta.org ਤੇ। ਇਹ ਜਿਹੜੀ ਤੁਹਾਡੀ ਪੰਜਾਬੀ ਟਰਕਿੰਗ ਐਸੋਸੀਏਸ਼ਨ ਬਣਾਈ ਆ, ਤੁਹਾਡੇ ਲਈ ਬਣਾਈ ਆ। ਜੇ ਤੁਸੀਂ ਉੱਥੇ ਸਾਈਨ ਅਪ ਕਰਦੇ ਆ ਤੇ ਇਹ ਸਾਰੀਆਂ ਲਾਜ਼, ਸਾਰਾ ਕੁਝ ਤੁਹਾਨੂੰ ਈਮੇਲ ਦੇ ਵਿੱਚ ਅਪਡੇਟ ਮਿਲਦਾ ਰਹਿੰਦਾ। ਸੋ ਪਲੀਜ਼ ਜ਼ਰੂਰ ਜੁਆਇਨ ਕਰੋ www.gonapta.org। ਜੀ ਜੀ। ਅਤੇ ਹੁਣ ਇੱਥੇ ਹੀ ਜਿਹੜੇ ਆਪਣੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ। ਮਿਲਾਂਗੇ ਆਪਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਇਜਾਜ਼ਤ ਦਿਓ। ਬਹੁਤ ਹੀ ਪਿਆਰ ਸਤਿਕਾਰ ਨਾਲ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਜੀ ਅਤੇ ਸੋ ਤੇ ਉੱਥੇ ਸਮਾਪਤੀ ਹੈ ਅਤੇ ਮਿਲਾਂਗੇ ਅਗਲੀ ਵਾਰ। ਅਤੇ ਜਿਹੜਾ ਆ ਇਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਜਿਹੜਾ ਹੁਣ ਖਬਰ 'ਤੇ ਨਜ਼ਰ ਜਿਹੜਾ ਉਹ ਲੈ ਕੇ ਹਾਜ਼ਰ ਹੋਵਾਂਗੇ। ਇੱਦਾਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ। ਪ੍ਰੋਗਰਾਮ ਪੰਜਾਬੀ ਰੇਡੀਓ USA ਦੇ ਉੱਤੇ ਲਗਾਤਾਰ ਚੱਲਦੇ ਰਹਿਣਗੇ। ਟਰੱਕਰਸ ਦੇ ਲਈ ਵਿਸ਼ੇਸ਼ ਸੂਚਨਾ। ਕੀ ਤੁਹਾਨੂੰ ਲੋਡ ਲਾਉਣ ਤੋਂ ਬਾਅਦ 'ਚ ਪੈਸੇ ਮਿਲਣ ਵਿੱਚ ਦੇਰੀ ਲੱਗਦੀ ਹੈ? ਕੀ ਤੁਸੀਂ ਲੋਡ ਲਾ ਕੇ ਤੁਰੰਤ ਪੈਸੇ ਆਪਣੇ ਹੱਥਾਂ ਵਿੱਚ ਦੇਖਣਾ ਚਾਹੁੰਦੇ ਹੋ? ਤਾਂ ਅੱਜ ਹੀ ਕਾਲ ਕਰੋ 4082722600 408-272-2600। ਟਰੱਕਿੰਗ ਮਲਟੀ ਸਰਵਿਸਿਜ਼ ਇਹ ਤੁਹਾਨੂੰ ਫੈਕਟਰਿੰਗ ਦੀਆਂ ਸੇਵਾਵਾਂ ਦਿੰਦੇ ਹਨ। ਨੰਬਰ ਇੱਕ ਵਾਰੀ ਫੇਰ 408-272-2600 408272